दरबारे खालसा चैनल नाल जुड़े सारे वीरां भैणां नूं जय हिंद, सत श्री अकाल। मेरे वीरो, जिस वेले आपां प्रोग्राम पिछले हफ्ते विधिवत तरीके नाल शुरू कीता, एक सुभावक तौर ते बन जांदा भी जिहड़ा इह मिशन आ करदा की है। ਉਹਦੇ ਵਿੱਚ ਤੁਹਾਡੇ ਨਾਲ ਜੋ ਮਿਸ਼ਨ ਦੀਆਂ ਗਤੀਵਿਧੀਆਂ ਨੇ ਉਹ ਸਾਂਝੀ ਕੀਤੀਆਂ ਜਾ ਰਹੀਆਂ। ਪਿਛਲੇ ਹਫ਼ਤੇ ਤੁਹਾਨੂੰ ਪੰਜਾਬ ਦੀ ਐਗਰੀਕਲਚਰ ਦਾ ਸੀਨ ਦਿਖਾਇਆ ਸੀ। ਉਦੋਂ ਅਗਾਂਹ ਫਿਰ ਵੀਡੀਓ ਚਲਾਈ ਸੀ ਜਿਹਦੇ ਵਿੱਚ ਜਿਹੜਾ ਪਹਿਲਾ ਹੀ ਨਾਰਾ ਜਿਹੜੀ ਵੱਡੀ ਸਮੱਸਿਆ ਸਮਝੀ ਜਾਂਦੀ ਹੈ, ਉਹ ਪਹਿਲੇ ਨਾਰੇ ਨੇ ਉਸ ਗੱਲ ਨੂੰ ਕਾਫੀ ਹੱਦ ਤੱਕ ਧੋਤਾ ਸੀ। 1 ਘੰਟਾ ਮੋਟਰ ਚਲਾਉਂਦੇ ਆ, 1 ਏਕੜ ਨੂੰ ਪਾਣੀ ਲਾਉਂਦੇ। ਜਿਹਨਾਂ ਨੇ ਸੁਣਿਆ ਹੋਣਾ ਉਹਨਾਂ ਨੂੰ ਅਚੰਭਾ ਲੱਗਾ ਹੁਣ ਸਾਡੇ 1 ਘੰਟੇ ਵਿੱਚ ਵੀ ਇੱਕ ਮੋਟਰ ਨਹੀਂ ਭਰਦੀ, 1 ਘੰਟੇ ਗੱਲ ਕਰੀ ਜਾਂਦੀ। ਅਸਲ ਵਿੱਚ ਜਿਹੜੇ ਨਾਰਾ ਲਾ ਰਹੇ ਸੀ ਨਾ, ਉਹ ਸਾਡੇ ਪ੍ਰਿੰਸੀਪਲ ਸਾਹਿਬ ਨੇ। ਉਹਨਾਂ ਨੇ 6 ਏਕੜ ਛੋਲੇ 6 ਏਕੜ ਛੋਲਿਆਂ ਨੂੰ ਉਹਨਾਂ ਨੇ ਸਾਰਾ 1700 ਤੇ 20 ਲੀਟਰ ਪਾਣੀ ਲਾਇਆ। 3 ਮੋਟਰਾਂ, 3 ਖੜੀਆਂ। ਉਹ ਜਿਹੜੀ ਸੀ ਉਹਨਾਂ ਦੀ ਛੋਲਿਆਂ ਦੀ ਫਸਲ, ਉਹ ਸਾਡੇ ਸੱਜਣ ਜੁੜੇ ਵੀ ਹੋਣਗੇ ਧੀਰੇ ਪੱਤਰੇ ਵਾਲੇ, ਇਹ ਦੇਖ ਕੇ ਆਏ ਸੀ। ਇਸ ਤਰ੍ਹਾਂ ਉਹ ਤੋਂ ਅੱਗੇ ਦੱਸਿਆ ਸੀ ਸਾਰਾ ਉਹਦੇ ਬਰੀਫ ਦੇ ਵਿੱਚ ਕਿ ਤੁਸੀਂ, ਇਹ ਆਮ ਸਵਾਲ ਹੁੰਦਾ ਵੀ ਅਸੀਂ ਕੀ ਬੀਜੀਏ ਜੀ ਤੇ ਕਿਵੇਂ ਬੀਜੀਏ। ਕਿਵੇਂ ਬੀਜੀਏ ਬਾਰੇ ਵੀ ਕੁਝ ਦੱਸਿਆ, ਕੀ ਬੀਜੀਏ ਉਹਦੇ ਬਾਰੇ 5 ਰੋਟੇਸ਼ਨਾਂ ਦੇਤੀਆਂ ਉਹਦੇ ਵਿੱਚ। ਉਦੋਂ ਗਾਂ ਹਰਿਆਣੇ ਦਾ ਵੀ ਕਵਰ ਅਪ ਕਰ ਦਿੱਤਾ। ਫਿਰ ਜਿਹੋ ਜਿਹਾ ਆਉਣ ਵਾਲਾ ਭਵਿੱਖ ਆਪਾਂ ਚਾਹੁੰਦੇ ਹਾਂ ਪੰਜਾਬ ਦੇ ਵਿੱਚ, ਉਹਦੇ ਤੇ ਜਿਹੜਾ ਸੀ ਉਹ ਖੁਸ਼ੀ ਦਾ ਮਾਹੌਲ ਹੋ ਗਿਆ। ਐਕਸਪਰਟਸ ਦੀ ਓਪੀਨੀਅਨ ਵੀ ਆਈਆਂ ਨੇ। ਜਿਹੜੇ ਮੇਰੇ ਵੀਰ ਇੰਟਰਨੈਟ ਚਲਾਉਣਾ ਜਾਣਦੇ ਨੇ, ਉਹ ਜ਼ਰੂਰ ਗੂਗਲ ਦੇ ਵਿੱਚੋਂ ਡਾਕਟਰ ਗੁਰਦੇਵ ਸਿੰਘ ਖੁਸ਼ ਨੂੰ ਲੱਭਿਓ, ਵਿਜੇ ਕੁਮਾਰ ਚੋਪੜਾ ਨੂੰ ਲੱਭਿਓ, ਉਹਨੂੰ ਹੋਰ ਸਕੂਨ ਦੇਣਾ। ਇਹ ਵੀ ਅਸੀਂ ਆਸ ਕਰਦੇ ਹਾਂ। ਜਿਹੜੀ ਅਸੀਂ ਬੇਨਤੀ ਕੀਤੀ ਸੀ ਤੇ ਸਾਡੀਆਂ 4 ਵੀਡੀਓਜ਼ ਪਈਆਂ ਨੇ YouTube ਦੇ ਉੱਤੇ, ਫੈਪਰੋ ਵੀਡੀਓ ਦੇ ਨਾਂ ਤੇ, ਤੁਹਾਡੇ ਵਿੱਚੋਂ ਵੀਰਾਂ ਨੇ ਦੇਖਿਆ ਵੀ ਹੋਣਗੇ। ਜੇ ਨਹੀਂ ਤੇ ਚਾਂਸ ਨਹੀਂ ਲੱਗਦਾ, ਕਿ ਮੇਰੀ ਮੌਕਾ ਨਹੀਂ ਲੱਗਦਾ, ਸਮਾਂ ਨਹੀਂ ਲੱਗਦਾ, ਤੇ ਕੋਈ ਗੱਲ ਨਹੀਂ, ਹੁਣ ਵੀ ਜਦੋਂ ਸਮਾਂ ਲੱਗੇ ਉਦੋਂ ਦੇਖ ਲਿਓ। ਲੜੀ ਬਰ ਲੜੀ ਕਿੱਦਾਂ ਕੰਮ ਸ਼ੁਰੂ ਹੋਇਆ। ਅੱਜ ਦਾ ਮੁੱਖ ਵਿਸ਼ਾ ਜਿਹੜਾ ਤੁਹਾਡੇ ਸਾਂਝਾ ਕਰਨਾ ਉਹ ਹੈ ਇਸ ਮਿਸ਼ਨ ਦੇ ਤਹਿਤ ਪ੍ਰੋਸੈਸਿੰਗ ਦੀਆਂ ਕੀ ਗਤੀਵਿਧੀਆਂ ਚੱਲ ਰਹੀਆਂ। ਪ੍ਰੋਸੈਸਿੰਗ ਇੱਕ ਐਸਾ ਸਿਸਟਮ ਆ ਜਿਹਦੇ 'ਚ ਪੈਸੇ ਲੱਗਦੇ ਹੈ, ਬੜਾ ਠੰਮੇ ਵਾਲਾ। ਸਭ ਤੋਂ ਪਹਿਲਾਂ ਤਾਂ ਪ੍ਰੋਸੈਸਿੰਗ ਹੈ ਭੋਜਨ ਦੀ ਤਿਆਰੀ, ਭੋਜਨ ਨੂੰ ਤਰੀਕੇ ਨਾਲ ਤਿਆਰ ਕਰ, ਖਾਣ ਵਾਸਤੇ ਸਵਾਦਲਾ ਭੋਜਨ ਬਣਾ ਕੇ ਤਿਆਰ ਕਰਨਾ, ਇਹਨੂੰ ਪ੍ਰੋਸੈਸਿੰਗ ਕਹਿੰਦੇ ਆ। ਪ੍ਰੋਸੈਸਿੰਗ ਕਦੋਂ ਤੋਂ ਹੋ ਰਹੀ ਹੈ? ਜਦੋਂ ਤੋਂ ਆਦਮ ਮਨੁੱਖ ਆਇਆ। ਭੋਜਨ ਦਾ ਉਦੋਂ ਵੀ ਤਿਆਰ ਹੋ ਗਿਆ ਸੀ। ਅਗਾਂਹ ਹੁਣ ਹਰੇਕ ਘਰ ਦੇ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਭੋਜਨ ਨੂੰ ਹੀ ਪ੍ਰੋਸੈਸ ਕੀਤਾ ਜਾਂਦਾ। ਸਵੇਰੇ ਚਾਹ ਪੀਣੀ ਆ, ਕੀ ਸਵੇਰੇ ਨਾਸ਼ਤੇ 'ਚ ਕੀ ਲੈਣਾ, ਦੁਪਹਿਰ ਨੂੰ ਕੀ ਖਾਣਾ ਵਗੈਰਾ ਵਗੈਰਾ। ਇਹ ਤੋਂ ਅਗਾਂਹ ਜਿਹੜੀ ਪ੍ਰੋਸੈਸਿੰਗ ਦੀ ਆਮ ਸਾਡੇ ਗੱਲ ਚੱਲਦੀ ਆ, ਉਹਦੇ ਤੋਂ ਆਉਣ ਤੋਂ ਪਹਿਲਾਂ ਜ਼ਰੂਰ ਤੁਹਾਡੇ ਨਾਲ ਸਾਂਝਾ ਕਰਨਾ ਬਣਦਾ ਵੀ ਪ੍ਰੋਸੈਸਿੰਗ ਕਿੰਨੇ ਤਰ੍ਹਾਂ ਦੇ ਕਿੱਦਾਂ ਕਿੱਦਾਂ ਕੀਤੀ ਜਾਂਦੀ। ਸਭ ਤੋਂ ਪਹਿਲਾਂ ਜੋ ਕੁਛ ਸਾਡੇ ਕੁਦਰਤ ਦੇ ਵਿੱਚ, ਦੇਖੋ ਕਿੱਡਾ ਵੱਡਾ ਖਜ਼ਾਨਾ ਕੁਦਰਤ ਦਾ, ਹੱਦ ਹੋ ਗਈ ਆ, ਕਮਾਲ ਹੀ ਹੋ ਗਈ। ਜਿੰਨੇ ਵੀ ਕੁਦਰਤ ਦੇ ਵਿੱਚ ਫਲ ਪੈਦਾ ਹੁੰਦੇ ਨੇ, 12 ਮਹੀਨੇ ਗਿਣ ਲਓ, 12 ਮਹੀਨਿਆਂ ਦੇ ਵਿੱਚ ਘੱਟੋ ਘੱਟ
7-7 8-8 ਫਲ ਜਿਹੜੇ ਆ ਉਹ ਮੰਡੀ ਦੇ ਵਿੱਚ ਆਏ ਹੁੰਦੇ। ਇਹਦਾ ਮਤਲਬ ਬੜਾ ਵੱਡਾ ਖਜ਼ਾਨਾ ਇਹ ਆਪਣੇ ਆਪ ਹੀ ਤਿਆਰ ਹੋਏ ਹੁੰਦੇ। ਦੂਸਰਾ ਕੁਝ ਚੀਜ਼ਾਂ ਆਪਾਂ ਨੂੰ ਤਿਆਰ ਕਰਨੀਆਂ ਪੈਂਦੀਆਂ ਆਪਣੇ ਭੋਜਨ ਵਾਸਤੇ। ਅੱਗੇ ਹੈ ਜਿਹਨੂੰ ਫੂਡ ਪ੍ਰੋਸੈਸਿੰਗ ਕਹਿੰਦੇ ਆ, ਡੱਬਾਬੰਦੀ ਜਾਂ ਡੱਬੇ ਬਣਾ ਕੇ ਵੇਚ। ਉਹ ਦੋ ਟਾਈਪ ਦੇ ਨੇ। ਇੱਕ ਤਾਂ ਜਿਸ ਤਰ੍ਹਾਂ ਆਪਾਂ ਅਚਾਰ ਪਾਉਂਦੇ ਹਾਂ ਜਾਂ ਮੁਰੱਬਾ ਹੀ ਪਾਉਂਦੇ ਹਾਂ, ਉਹਦਾ ਵੀ ਫਾਰਮੂਲਾ ਹੁੰਦਾ ਵੀ ਅਚਾਰ ਨੂੰ ਤੇਲ ਵਿੱਚ ਪਾ ਕੇ ਜਾਂ ਮੁਰੱਬੇ ਨੂੰ 50% ਖਾਣ ਤੋਂ ਵੱਧ ਪਾ ਕੇ ਉਹ ਸਾਨੂੰ ਮਿਲ ਜਾਂਦਾ। ਅਗਾਂਹ ਡਰਿੰਕਸ ਆਉਂਦੀਆਂ, ਸਕੁਐਸ਼ਿਸ ਆਉਂਦੇ ਆ, ਉਹਨਾਂ ਦੇ ਵਿੱਚ ਕੁਝ ਪਰਮਿਸਿਬਲ ਪ੍ਰੀਜ਼ਰਵੇਟਿਵ ਪਾਏ ਜਾਂਦੇ, ਜਿਹੜੀ ਲਿਖਿਆ ਹੁੰਦਾ ਉੱਥੇ ਵੀ ਨੋਟ ਇੰਜੂਰੀਅਸ ਫਾਰ ਹਿਊਮਨ ਹੈਲਥ। ਉਹ ਇੱਕ ਟਾਈਪ ਤੇ ਜਾਂਦੀ ਹੈ। ਇੱਕ ਜਿਹੜਾ ਡੱਬਾ ਦੋਹਾਂ ਪਾਸਿਆਂ ਤੋਂ ਗੋਲ ਹੁੰਦਾ, ਲੱਗੇ ਹੁੰਦੇ ਨਾ ਢੱਕਣ, ਉਹਦੀ ਪੈਕਿੰਗ ਬੜੀ ਬੈਸਟ ਹੁੰਦੀ ਹੈ। ਉਹ ਹੈ ਵੈਕਿਊਮ ਪੈਕਿੰਗ। ਹਵਾ ਕੱਢ ਲੈਣੀ, ਚੀਜ਼ ਵਿੱਚ ਪਾ ਦੇਣੀ, ਤੇ ਵੈਕਿਊਮ ਕਰਕੇ ਉਹਨੂੰ ਕਰ ਦੇਣਾ। ਤੁਹਾਨੂੰ ਜਾਣ ਕੇ ਖੁਸ਼ੀ ਹੋਏਗੀ ਕਿ ਪੰਜਾਬ ਮਾਰਕਫੈਡ ਔਨ ਐਵਰੇਜ ਪ੍ਰਤੀ ਸਾਲ 35 ਲੱਖ ਡੱਬਾ ਸਾਗ ਦਾ ਤਿਆਰ ਕਰਕੇ ਵੇਚਦਾ। ਬਾਕੀ ਵੀ ਪਲੱਸ ਉਹਨਾਂ ਦੇ ਰੈਡੀ ਟੂ ਈਟ ਆਉਂਦੇ ਨੇ ਮਾਰਕੀਟ ਦੇ ਅਲੱਗ-ਅਲੱਗ ਟਾਈਪ ਦੇ, ਤੁਸੀਂ ਉਹਨਾਂ ਦੀ ਦਾਲ ਲੈ ਸਕਦੇ ਹੋ, ਵਗੈਰਾ ਵਗੈਰਾ ਪ੍ਰੋਡਕਟ ਆਉਂਦੇ ਉਹਨਾਂ ਨੂੰ। ਇਹਨਾਂ ਦੀ ਨੋਰਮਲੀ ਆਪਾਂ ਜਿਹੜੇ ਗੱਲ ਕਰਦੇ ਹਾਂ ਕਈ ਵਾਰੀ ਬੈਠ ਕੇ ਵੀ, ਇਹਦੇ ਵਿੱਚ ਆਮ ਤੌਰ ਤੇ ਗੱਲ ਆ ਜਾਂਦੀ ਹੈ ਇਹ ਪ੍ਰੋਸੈਸ ਦੀ ਜ਼ਰੂਰਤ ਕੀ ਆ, ਇਹਦੇ ਵਿੱਚ ਇਹ ਹੁੰਦਾ, ਇਹਦੇ ਵਿੱਚ ਉਹ ਹੁੰਦਾ। ਨਹੀਂ ਮੇਰੇ ਵੀਰੋ, ਪ੍ਰੋਸੈਸਿੰਗ ਦੀ ਜ਼ਰੂਰਤ ਹੈ। ਬਰਫੀਲੇ ਪਹਾੜਾਂ ਦੇ ਵਿੱਚ, ਸਰਹੱਦਾਂ ਦੇ ਵਿੱਚ ਤੇ ਰੇਗਿਸਤਾਨ ਦੇ ਵਿੱਚ ਜਿੰਨੀ ਵੀ ਸਾਡੀ ਫੋਰਸ ਲੱਗੀਆਂ ਹੁੰਦੀਆਂ ਨੇ, ਉਹਨਾਂ ਨੂੰ ਸਾਰਾ ਭੋਜਨ ਇਹਨਾਂ ਡੱਬਿਆਂ ਵਿੱਚ ਜਾਂਦਾ। ਹੁਣ ਅਕਤੂਬਰ ਮਹੀਨੇ ਉਹਨਾਂ ਦਾ 6 ਮਹੀਨੇ ਦਾ ਜਿਹੜਾ ਭੋਜਨ ਹੈ, ਸਮੇਤ ਦੁੱਧ ਤੋਂ ਲੱਗ ਕੇ ਸਬਜ਼ੀ ਪਿਆਜ਼ ਸਾਰਾ ਕੁਝ, ਉਹ ਉਹਨਾਂ ਨੇ ਆਪਣੇ ਉਸ ਨਾਲ ਸਟੋਰ ਹੋ ਜਾਣਾ। ਬੜੀ ਮਹੱਤਤਾ ਇਸ ਤਰ੍ਹਾਂ ਹੀ ਆਪਾਂ ਨੂੰ ਬੈਠੇ ਪਤਾ ਲੱਗਦਾ ਘਰ ਖਬਰੇ ਦੁਨੀਆ ਸਾਰਾ ਕੁਛ ਏਦਾਂ ਹੀ ਆ। ਰਾਜਸਥਾਨ ਦਾ ਏਰੀਆ ਜਿਹੜਾ ਹੈ, ਮੌਕਾ ਮਿਲਿਆ ਨਿੱਜੀ ਤੌਰ ਤੇ ਵੀ 8-9 ਮਹੀਨੇ ਰਹਿਣ ਦਾ, ਉਸ ਖੇਤਰ ਵਿੱਚ ਵੀ ਲਗਾਤਾਰ ਜਿਹੜਾ ਹੈ ਏਅਰ ਡ੍ਰੌਪ ਜਾਂਦਾ ਭੋਜਨ ਦਾ। ਬਾਕੀ ਆਮ ਲੋਕ ਵੀ ਹੁਣ ਇਹ ਪ੍ਰਚਲਿਤ ਹੋਣ ਲੱਗ ਗਿਆ ਜਿਹੜਾ ਭੋਜਨ ਇਹ। ਸੋ ਇਹ ਤਾਂ ਇਹਦੀ ਮਹੱਤਤਾ ਸੀ। ਇਹਦੇ ਵਿੱਚ ਬੜਾ ਜਿਹੜੇ ਪੇਂਡੂ ਲੈਵਲ ਤੇ ਕਰੀਏ, ਜਿਹੜਾ ਸਾਡੇ ਮਿਸ਼ਨ ਦਾ ਸਿਸਟਮ ਹੈ ਜਾਂ ਜਿਹਨੂੰ ਸਾਡੀ ਲਾਈਨ ਬਣਾਈ ਹੋਈ ਹੈ, ਉਹ ਹੈ ਫੂਡ ਪ੍ਰੋਸੈਸਿੰਗ ਦੀ ਵਿੱਚ ਵੱਧ ਤੋਂ ਵੱਧ ਲੋਕਾਂ ਦੀ ਇਨਵੋਲਵਮੈਂਟ, ਸੈਲਫ ਇੰਪਲਾਇਮੈਂਟਾਈਜੇਸ਼ਨ ਵਾਸਤੇ, ਤੇ ਕੁਆਲਿਟੀ ਫੂਡ ਪ੍ਰੋਸੈਸਿੰਗ ਹੋਵੇ, ਉਹਦੀ ਮਾਰਕੀਟਿੰਗ, ਤੇ ਜਿਹੜਾ ਕਿਸਾਨ ਪੈਦਾ ਕਰ ਰਿਹਾ ਹੋਵੇ, ਉਹਦੇ ਵਾਸਤੇ ਉਹਨੂੰ ਇੱਕ ਲਾਗੇ ਮੰਡੀ ਮੁਹੱਈਆ ਹੋਵੇ। ਇਸ ਸਿਸਟਮ ਦੇ ਵਿੱਚ ਤੁਸੀਂ ਪ੍ਰੋਸੈਸਿੰਗ ਦੇ ਜਿੰਨੇ ਮਰਜ਼ੀ ਨਾਂ ਲੈ ਲਓ, ਇੱਕ ਤਾਂ ਵੱਡੇ ਨਾਂ ਹੋ ਗਏ, ਉਹਨੇ ਤਾਂ ਮੱਕੀ ਦਾ ਪਲਾਂਟ ਲਗਾਇਆ, ਉਹਦੇ ਵਿੱਚੋਂ 31 ਪਦਾਰਥ ਕੱਢਦੇ ਆ, ਇਹ ਤਾਂ ਉਹ ਵੀ ਫੂਡ ਪ੍ਰੋਸੈਸਿੰਗ ਹੈ। ਲੇਕਿਨ ਜਿਸ ਫੂਡ ਪ੍ਰੋਸੈਸਿੰਗ ਦੀ ਆਪਾਂ ਗੱਲ ਕਰ ਰਹੇ ਆ, ਉਹ ਹੈ ਵੀ ਛੋਟੇ ਪੱਧਰ ਤੇ ਆਪਣੀ ਇਨਵੋਲਵਮੈਂਟ ਹੋਵੇ, ਸਵੈ ਰੁਜ਼ਗਾਰ ਦੇ ਮੌਕੇ ਪੈਦਾ ਹੋਣ ਤੇ ਖਪਤਕਾਰ ਨੂੰ ਕੁਆਲਿਟੀ ਪ੍ਰੋਡਕਟ ਪੈਣ। ਇਹਦੇ ਤਹਿਤ ਹੀ ਜਿਹੜਾ ਸਾਡੇ ਮਿਸ਼ਨ ਵੱਲੋਂ ਕੰਮ ਸ਼ੁਰੂ ਕੀਤਾ ਗਿਆ ਸੀ,
ਇਹ ਪਹਿਲਾਂ ਸਾਡੇ ਹੁਣ ਵੀ ਜਿਹੜੇ ਹੈਗੇ ਉਹ ਫੈਪਰੋ ਪ੍ਰੋਡਕਟ ਬਣੇ, ਫਾਰਮ ਪ੍ਰੋਡਿਊਸ ਪ੍ਰਮੋਸ਼ਨ ਸੁਸਾਇਟੀ, ਜਿਹੜਾ ਹੁਸ਼ਿਆਰਪੁਰ ਦੇ ਵਿੱਚ 300 ਵੱਧ ਦੇ ਮੈਂਬਰ ਨੇ। ਸਭ ਤੋਂ ਪਹਿਲਾਂ ਜਿਹੜਾ ਸੀ ਹਲਦੀ ਉੱਥੇ ਆਈ, ਹਲਦੀ ਦੀ ਚਲੋ ਪ੍ਰੋਸੈਸਿੰਗ ਹੋਣ ਲੱਗੀ ਤੇ ਸ਼ਹਿਦ ਦੀ ਪ੍ਰੋਸੈਸਿੰਗ ਹੋਣ ਲੱਗੀ। ਇਹ ਤੋਂ ਬਾਅਦ ਦੇ ਵਿੱਚ ਬਾਕੀ ਪੰਜਾਬ ਵਿੱਚ ਗੱਲ ਰਹੀ, ਉਹਦੇ ਵਿੱਚ ਇਹ ਸਾਡੇ 2007 ਤੋਂ ਕੰਮ ਚੱਲਦਾ, ਜਿੰਨੀ ਹਲਦੀ ਦੀ ਪ੍ਰੋਸੈਸਿੰਗ ਹੋਣ ਲੱਗੀ ਆ ਇਸ ਲੈਵਲ ਦੀ ਜਾਂ ਸ਼ਹਿਦ ਦੀ ਹੋਣ ਲੱਗੀ ਆ, ਜਿੰਨੇ ਯੂਨਿਟ ਪੰਜਾਬ 'ਚ ਲੱਗੇ ਨੇ ਉਹਨਾਂ ਦੀ ਮਾਂ ਫੈਪਰ ਹੋਈ। ਹੁਣ ਦੇਖੋ ਹੁੰਦਾ ਕੀ ਆ, ਮਾਰਕੀਟਿੰਗ ਫੋਰਸਿਸ ਕੀ ਕੁਛ ਕਰਦੀਆਂ ਜਾਂ ਕਿੰਨਾ ਝੁਕੜਾ ਮਿਲਦਾ। ਸਾਨੂੰ ਚੰਗੀ ਤਰ੍ਹਾਂ ਪਤਾ ਵੀ ਜਿਹੜਾ ਸ਼ਹਿਦ ਪ੍ਰੋਸੈਸ ਕੀਤਾ ਜਾਂਦਾ ਉਹਦੇ ਨਾਲ ਉਹਦੇ ਕੁਦਰਤੀ ਗੁਣਾਂ ਦੇ ਵਿੱਚ ਫਰਕ ਪੈ ਜਾਂਦਾ। ਕੁਛ ਐਂਜ਼ਾਈਮ ਐਸੇ ਆ ਜਿਹੜੇ ਉੜ ਜਾਂਦੇ ਨੇ, ਲੇਕਿਨ ਮਾਰਕੀਟਿੰਗ ਫੋਰਸਿਸ ਕਸਟਮਰਸ ਵੱਲੋਂ ਜਿਹੜੀ ਗੱਲ ਆ ਰਹੀ ਆ ਉਹ ਨਾ ਇਹੋ ਜਿਹੇ ਸਵਾਲ ਆ ਰਹੇ ਨੇ ਜਿਹਨਾਂ ਦਾ ਕੁਦਰਤ ਨੇ ਆਪ ਪਹਿਲਾਂ ਸੈੱਟ ਕੀਤਾ ਹੋਇਆ। ਸਵਾਲ ਕੀ ਆ ਜਾਂਦਾ, ਜਿਹੜਾ ਸ਼ਹਿਦ ਜੰਮਿਆ ਹੋਇਆ ਸ਼ਹਿਦ ਦੇ ਵਿੱਚੋਂ ਦੂਸਰੇ ਪਾਸੇ ਹੱਥ ਨਹੀਂ ਦਿਖਦਾ। ਇਹਦੇ ਜਿਹੜੇ ਬੇਸਿਕ ਗੁਣ ਨੇ ਉਹ ਤਾਂ ਬੜੇ ਜ਼ਬਰਦਸਤ ਨੇ। ਇਹਨੂੰ ਅੰਮ੍ਰਿਤ ਕਿਹਾ ਜਾ ਰਿਹਾ, ਦਿਸਦਾ ਤਾਂ ਨਹੀਂ ਕਿਉਂਕਿ ਪਾਣੀ ਨਾਲੋਂ 1.5 ਗੁਣਾ ਇਹ ਸਪੈਸੀਫਿਕ ਗ੍ਰੈਵਿਟੀ ਭਾਰਾ ਹੁੰਦਾ ਹੈ, ਉਹਨੂੰ ਪੇ ਕਰਨਾ ਜਿਹੜਾ ਜੰਮਦਾ ਤਾਂ ਉਹਦੀ ਗੁੱਡ ਕੁਆਲਿਟੀ ਕਰਦੇ। ਪਰ ਇਹ ਇੰਨਾ ਪ੍ਰੈਸ਼ਰ ਪੈ ਗਿਆ ਇਹ ਜੀ ਪ੍ਰੋਸੈਸ ਕਰੋ ਪ੍ਰੋਸੈਸ ਕਰੋ ਪ੍ਰੋਸੈਸ ਕਰੋ। ਅਸਲ ਵਿੱਚ ਇਹ ਇੱਕ ਪਦਾਰਥ ਹੈ ਐਸਾ ਜਿਹੜਾ ਮਧੂਮੱਖੀਆਂ ਵੱਲੋਂ, ਜਿਹੜਾ ਕੁਦਰਤ ਦਾ ਅਹਿਮ ਹਿੱਸਾ ਨੇ, ਉਹਨਾਂ ਵੱਲੋਂ ਪੂਰੀ ਤਰ੍ਹਾਂ ਪਕਾ ਕੇ ਛੱਤੇ ਦੇ ਵਿੱਚ ਰੱਖਿਆ ਜਾਂਦਾ, ਜਿਹਦੀ ਬੈਸਟ ਕੁਆਲਿਟੀ ਹੁੰਦੀ ਆ। ਇਹਦਾ ਸਿੰਪਲ ਇੰਨਾ ਵੀ ਜਿਸ ਵੇਲੇ ਸ਼ਹਿਦ ਕੱਢ ਲਿਆ ਉਦੋਂ ਬਾਅਦ 'ਚ ਇਹਨੂੰ ਆਪਣੇ ਖੱਦਰ ਦੇ ਕੱਪੜੇ ਵਿੱਚ ਪਾਉਣ ਲਓ ਜਾਂ ਮਲਮਲ ਵਿੱਚ ਪਾਓ। ਜਿਹੜੀਆਂ ਕੁਛ ਮਾੜੀਆਂ ਮੋਟੀਆਂ ਉਹਦੇ ਵਿੱਚ ਚੀਜ਼ਾਂ ਵਾਸਤੇ ਹੋਣਗੀਆਂ ਉਹ ਦੂਰ ਹੋ ਜਾਂਦੀਆਂ। ਬਾਕੀ ਉਹਦੇ ਵਿੱਚ ਜਿਹੜੇ ਇਹ ਸਾਨੂੰ ਇੰਪਿਓਰਿਟੀ ਕਹਿਣ ਲੱਗਦਾ, ਉਹ ਕੀ ਹੁੰਦਾ, ਉਹਦੇ ਵਿੱਚ ਪੋਲਨ ਦੇ ਕੁਛ ਪਾਰਟੀਕਲਸ ਹੁੰਦੇ ਆ, ਮਹੀਨ ਜਿਹੜੇ ਹੈਗੇ ਨਾ ਹਿੱਸੇ ਪੋਲਨ ਦੇ ਹੁੰਦੇ ਆ, ਜਾਂ ਕਿਤੇ ਮਾੜਾ ਮੋਟਾ ਕਿਤੇ ਪੀਣ ਕੀ ਪੈ ਗਿਆ, ਵੈਕਸ ਚਲੇ ਗਿਆ, ਮੋਮ ਚਲੇ ਗਿਆ, ਉਹ ਹੁੰਦਾ। ਦੋਵੇਂ ਚੀਜ਼ਾਂ ਸਿਹਤ ਵਾਸਤੇ ਬੜੀਆਂ ਮਕਬੂਲ ਨੇ, ਬੜੀਆਂ ਜ਼ਬਰਦਸਤ। ਠੀਕ ਹੈ, ਪਰ ਇਹਦੇ ਨਾਲ ਹੋ ਕੀ ਰਹੀ ਆ, ਇਹ ਕੁਦਰਤ ਵੱਲੋਂ ਪੱਕਿਆ ਹੋਇਆ ਭੋਜਨ ਆ ਗਿਆ। ਇੱਧਰਲੇ ਪਾਸੇ ਇਹਨਾਂ ਨੂੰ ਕਹਿਣ ਲੱਗਾ ਜੀ ਹਨੀ ਪ੍ਰੋਸੈਸਿੰਗ ਪਲਾਂਟ, ਜਿਹਦੇ ਵਿੱਚ ਇਹਨੂੰ ਇੱਕ ਸਪੈਸੀਫਿਕ ਟੈਂਪਰੇਚਰ ਤੱਕ ਲੈ ਕੇ ਜਾਂਦੇ ਆ। ਜਿਹੜੇ ਜਾਂਦੇ ਆ ਕੁਛ ਐਂਜ਼ਾਈਮ ਵਿੱਚੋਂ ਉੜਦੇ ਆ, ਲੇਕਿਨ ਸਾਡੇ ਵੱਲ ਚਲੋ ਅਸੀਂ ਫੋਲੋ ਕਰਦੇ ਹਾਂ ਜੋ ਸਟੈਂਡਰਡ ਨੇ ਵਰਲਡ ਲੈਵਲ ਤੇ। ਫਿਰ ਲੋਕ ਕੀ ਕਰਦੇ ਆ ਵੀ ਇਹ ਜੰਮੇ ਨਾ, ਉਹਦੇ ਵਾਸਤੇ ਕਈ ਤਰ੍ਹਾਂ ਦੇ ਪ੍ਰੋਟੈਸਟ ਢੰਗ ਕਰਦੇ ਨੇ, ਉਹ ਤਾਂ ਮੈਂ ਡਿਸਕਸ ਨਹੀਂ ਕਰਨੇ। ਪਰ ਸ਼ਹਿਦ ਦਾ ਜੰਮਣਾ ਸੁੱਤਾ ਦੀ ਨਿਸ਼ਾਨੀ। ਅੱਜ ਵੀ ਇੱਕ ਬੇਨਤੀ ਤੁਹਾਡੇ ਨਾਲ ਸਾਂਝੀ ਕਰਦਾ, ਆਮ ਕਹਿੰਦੇ ਆ ਵੀ ਸ਼ਹਿਦ ਵਿੱਚ ਖੰਡ ਪੈ ਜਾਂਦੀ। ਮੈਂ ਕਿਹਾ 10,000 ਰੁਪਇਆ ਇਨਾਮ ਜਿਹੜਾ ਸ਼ਹਿਦ ਦੇ ਵਿੱਚ ਖੰਡ ਮਿਲਾ, ਜਾਂ ਤਾਂ ਉਹ ਸ਼ਹਿਦ ਹੀ ਹੋਊਗਾ ਜਾਂ ਜਿਹੜੀ ਖੰਡ ਦਾ ਬਣਿਆ ਹੋਇਆ ਰਸ ਬਣਾਇਆ ਹੋਇਆ ਉਹਨੂੰ ਸ਼ਹਿਦ ਦੀ ਅਸੈਂਸ ਦਿੱਤੀ ਹੋਈ। ਕੋਈ ਵਿੱਚ ਵਿਚੋਲਾ ਨਹੀਂ, ਕਿਉਂ ਨਹੀਂ ਮਿਲੀ ਆਪਸੀ, ਦੋਹਾਂ ਦੀ ਸਪੈਸੀਫਿਕ ਗ੍ਰੈਵਿਟੀ, ਦੋਹਾਂ ਦੀ ਘਣਤਾ ਦਾ ਬੜਾ ਫਰਕ ਦੋਹਾਂ ਦੇ ਵਿੱਚ। ਇਸ ਕਰਕੇ ਸ਼ਹਿਦ ਜਿਹੜਾ ਜੰਮਿਆ ਹੋਊਗਾ ਉਹਨੂੰ ਜਾ ਕੇ ਧੁੱਪੇ ਰੱਖ ਦਿਓ, ਤੁਸੀਂ ਦੇਖੋਗੇ ਆਪਣੇ ਆਪ ਪਿਘਲ ਜਾਏਗਾ। ਜਿਹੜੇ ਸਾਡੇ ਮਧੂਮੱਖੀ ਪਾਲਕ ਆਪਣੀਆਂ ਕਲੋਨੀਆਂ ਵਿੱਚੋਂ ਬਕਸਿਆਂ ਵਿੱਚੋਂ ਸ਼ਹਿਦ ਕੱਢ ਕੇ ਰੱਖ ਕੇ ਸੜਕਾਂ ਤੇ ਹੁੰਦੇ ਆ, ਉਹਨਾਂ ਨੂੰ ਯਕੀਨ ਕਰਿਆ ਕਰੋ।
फिर वो शायद बिल्कुल वाजिब ਜਿਹੜੇ ਪ੍ਰੋਸੈਸਿੰਗ ਵਿੱਚ ਜੋ ਕਿ ਆਉਂਦਾ ਇਹਦੇ ਤੇ ਇਹਨੂੰ ਕਹਿ ਵੈਲਿਊਏਸ਼ਨ ਦਿੰਦੇ ਆ ਇਹਦੇ ਵਿੱਚ ਖਰਚਾ ਬੜਾ ਹੁੰਦਾ ਇਹ ਇੱਕ ਐਸਾ ਜਿਹੜਾ ਬੜਮੁੱਲਾ ਪਦਾਰਥ ਇਹਨੂੰ ਸਿਰਫ ਮਾਰਕੀਟਿੰਗ ਫੋਰਸਿਸ ਕਰਕੇ ਖਰਾਬ ਕਰ ਜਾਂਦਾ ਅਦਰਵਾਈਜ਼ ਬੜੀ ਵਧੀਆ ਚੀਜ਼ ਹੈ ਉਹਦੇ ਗੁਣ ਤਾਂ ਆਪਾਂ ਡਿਟੇਲ ਵਿੱਚ ਨਹੀਂ ਜਾਣਾ ਸੋ ਇਹ ਅਲੱਗ-ਅਲੱਗ ਟਾਈਪ ਦੇ ਪ੍ਰੋਸੈਸਿੰਗ ਸਰਕਾਰ ਵੱਲੋਂ ਇਹ ਤਾਂ ਕਾਫੀ ਲਗਾਤਾਰ ਕੰਮ ਕੀਤੇ ਗਏ ਨੇ ਤੇ ਮਤਲਬ ਉਹਨਾਂ ਨੇ ਮੰਨਿਆ ਫੈਸਲੇ ਕੀਤੇ ਗਏ ਸਭ ਤੋਂ ਪਹਿਲਾਂ ਜਿਹੜਾ ਫੈਸਲਾ ਹੈ ਉਹ ਹੈ ਆ ਇੱਕ ਛੋਟਾ ਜਿਹਾ ਬੁੱਕਲੈਟ ਇਹਦੇ ਵਿੱਚ ਫੋਟੋ ਲੱਗੀ ਆ ਕਾਪੀ ਇਹ ਹੈਗੀ ਆ ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਆਦੇਸ਼ਾਂ ਦੀ ਕਾਪੀ ਇਹ ਹੈਗੀ ਆ 3/9 ਤੇ 17 ਇਹਦੇ ਵਿੱਚ ਆਦੇਸ਼ ਨੇ ਸਰਕਾਰ ਨੇ ਫੈਸਲਾ ਕੀਤਾ ਹੋਇਆ ਵੀ ਜਿੱਥੇ ਵੀ ਸਰਕਾਰੀ ਜ਼ਮੀਨ ਆ ਜਾਂ ਜਿੱਥੇ ਸਰਕਾਰੀ ਅਫਸਰ ਨੇ ਉੱਥੇ ਕਿਸਾਨ ਆਪਣੇ ਪਦਾਰਥ ਰੱਖ ਕੇ ਕਿਸਾਨ ਹੱਟ ਦੇ ਨਾਂ ਤੇ ਵੇਚ ਸਕਦਾ ਹੌਲੀ ਹੌਲੀ ਚੱਲਣਾ ਸ਼ੁਰੂ ਹੋਇਆ ਸਾਡੇ ਹੁਸ਼ਿਆਰਪੁਰ ਦੇ ਬਣਿਆ ਸੀ ਰੋਪੜ ਚੱਲ ਰਿਹਾ ਹੁਣ ਪਠਾਨਕੋਟ ਵੀ ਚੱਲ ਰਿਹਾ ਬਠਿੰਡੇ ਚੱਲ ਰਿਹਾ ਤੇ ਪਟਿਆਲੇ ਵੀ ਚੱਲ ਰਿਹਾ ਸਾਡੇ ਇੱਥੇ ਕੀ ਹੈ ਫਿਰੋਜ਼ਪੁਰ ਵੀ ਚੱਲ ਰਿਹਾ ਚਲੋ ਉਹਦਾ ਮਿਨੀਮਮ ਲੈਵਲ ਤੇ ਇੰਨਾ ਕੁ ਫਾਇਦਾ ਜ਼ਰੂਰ ਹੋਇਆ ਵੀ ਉਹ ਕਿਸਾਨ ਇਕੱਠੇ ਹੋ ਕੇ ਸਿਸਟਮ ਚਲਾਉਣਾ ਸ਼ੁਰੂ ਕਰਤਾ ਹੌਲੀ ਹੌਲੀ ਪ੍ਰੋਫਿਟੇਬਲ ਓਰੀਐਂਟਡ ਹੋ ਜਾਏਗਾ ਇਸੇ ਤਰ੍ਹਾਂ ਹੀ ਇਹ ਜਿੰਨੀਆਂ ਤੁਹਾਡੇ ਸ਼ੇਅਰ ਕੀਤੀਆਂ ਜਾ ਰਹੀਆਂ ਪ੍ਰੋਸੈਸਿੰਗ ਦੇ ਬਾਰੇ ਆਹ ਜਿਹੜੀ ਬੁੱਕਲੈਟ ਹੈ ਇਹ ਆ ਜਿਹੜੀ ਹੈ ਇਹਦੇ ਵਿੱਚ ਪੇਂਡੂ ਖੇਤਰ ਵਿੱਚ ਕਿਹੜੇ ਪਲਾਂਟ ਹੋਣੇ ਚਾਹੀਦੇ ਆ ਉਹ ਸਾਰਿਆਂ ਦਾ ਡਿਟੇਲਿੰਗ ਅਪਰੂਵਡ ਹੈ ਪੰਜਾਬ ਸਰਕਾਰ ਵੱਲੋਂ ਵੀ ਕੇਂਦਰ ਸਰਕਾਰ ਵੱਲੋਂ ਇਹਦਾ ਨਾਂ ਹੀ ਰੱਖਿਆ ਸੀ ਇੱਕ ਕਨਸੈਪਟ ਟੂ ਰਿਜੂਮੀਨੇਟ ਦਾ ਰੂਰਲ ਇਕੋਨਮੀ ਐਂਡ ਸੈਲਫ ਇੰਪਲਾਇਮੈਂਟ ਅਪਰਚੂਨਿਟੀਜ਼ ਫਾਰ ਰੂਰਲ ਯੂਥ ਆ ਸਾਰੀ ਇਹਦੇ ਨਾਲ ਤੇ ਪ੍ਰੋਜੈਕਟਾਂ ਵਾਲੇ ਭਰੀ ਹੋਈ ਆ ਇਹ ਮਾਸ ਮੌਲਣ ਵਾਸਤੇ ਕਿਸਾਨਾਂ ਦੇ ਇਕੱਠ ਨੂੰ ਸਮੂਹ ਚਲਾਉਣ ਵਾਸਤੇ ਇਹ ਪ੍ਰੋਜੈਕਟ ਬਣੇ ਹੋਏ ਨੇ ਇਹਦੇ ਕੋਲ ਸਾਡੀ ਕਾਪੀ ਪਈ ਆ ਜਦੋਂ ਵੀ ਕਿਸੇ ਜ਼ਿਲ੍ਹੇ ਆਪਣਾ ਪ੍ਰੋਸੈਸਿੰਗ ਦੀ ਗੱਲ ਕਰਾਂਗੇ ਉਸ ਵੇਲੇ ਇਹਦੀ ਵਰਤੋਂ ਜਿਹੜੀ ਹੋਣੀ ਤੀਸਰਾ ਹੈ ਇਹ ਜਿਹੜਾ ਸਿਸਟਮ ਚਲਾਉਣਾ ਮੰਨ ਲਓ ਕਿਸੇ ਇੱਕ ਗਰੁੱਪ ਨੇ ਸੋਚ ਲਿਆ ਵੀ ਅਸੀਂ ਆਹ ਪਲਾਂਟ ਲਾਉਣੇ ਆ ਜੀ ਆਹ ਸਰਕਾਰ ਦੀ ਰਿਕਮੈਂਡੇਸ਼ਨ ਦੇ ਆਧਾਰ ਤੇ ਉਸ ਕੀ ਕਰ ਪੰਜਾਬ ਸਰਕਾਰ ਵੱਲੋਂ ਪੰਜਾਬ ਮੰਡੀ ਬੋਰਡ ਇਹਦੀ ਨੋਡਲ ਏਜੰਸੀ ਬਣਾਇਆ ਗਿਆ ਉਹ ਲੈਟਰ ਵੀ ਸਾਡੇ ਕੋਲ ਹੈਗੇ ਤੇ ਉਹਦੇ ਆਧਾਰ ਤੇ ਤੁਸੀਂ ਜਾ ਕੇ ਮੰਡੀ ਬੋਰਡ ਵਾਲਿਆਂ ਨੂੰ ਸੰਪਰਕ ਕਰ ਸਕਦੇ ਹੋ ਵੀ ਆਹ ਲੈਟਰ ਆ ਜੀ ਅਸੀਂ ਆਹ ਸਿਸਟਮ ਲਾਉਣਾ ਚਾਹੁੰਦੇ ਹਾਂ ਇਹਦੇ ਵਿੱਚ ਕਿਰਪਾ ਕਰਕੇ ਸਾਨੂੰ ਗਾਈਡ ਵੀ ਕੀਤਾ ਜਾਵੇ ਸਾਡੀ ਮਦਦ ਵੀ ਕੀਤੀ ਜਾਵੇ ਤੇ ਪ੍ਰੋਜੈਕਟ ਚਲਾਏ ਉਹ ਵੀ ਜਿਹੜਾ ਫੈਸਲਾ ਮੌਕੇ ਮੁਤਾਬਕ ਹੋਇਆ ਹੋਏਗਾ ਉਹ ਫਿਰ ਤੁਹਾਡੇ ਨਾਲ ਉਹ ਬੜੇ ਸਹਾਈ ਹੁੰਦੇ ਆ ਤੇ ਅਗਾਂਹ ਮਨੁੱਖ ਵਿੱਚ ਅੰਤਰ ਕੋਈ ਹੀਰਾ ਕੋਈ ਕੰਕਰ ਉਹ ਕਿਵੇਂ ਕਰਦੇ ਆ ਉਹ ਤੁਸੀਂ ਦੇਖ ਸਕਦੇ ਹੋ ਕਿਉਂਕਿ ਮਨੁੱਖੀ ਵਰਤਾਓ ਵਿੱਚ ਹੀ ਫਰਕ ਆਉਂਦਾ ਮੰਡੀ ਬੋਰਡ ਦਾ ਇੱਕ ਅਦਾਰਾ ਆ ਗਿਆ ਅਗਾਂਹ ਅਦਾਰੇ ਵਿੱਚ ਕੰਮ ਕਰਨ ਵਾਲਾ ਜਿਹੜਾ ਬੰਦਾ ਬੈਠਾ ਉਹ ਕਿੱਦਾਂ ਡੀਲ ਕਰਦਾ ਪਰ ਇਨ ਜਨਰਲ ਉਹਨਾਂ ਦਾ ਵਰਤਾਓ ਚੰਗਾ ਜਿੰਨਾ ਉਹ ਜ਼ੋਰ ਲਾ ਸਕਦਾ ਉਹਨਾਂ ਦੇ ਫਿਰ ਅਲੱਗ-ਅਲੱਗ ਸਕੀਮਾਂ ਨੇ ਸਰਕਾਰ ਦੀਆਂ ਜਿਹਦੇ ਵਿੱਚੋਂ ਫੰਡ ਮੁਹੱਈਆ ਕੀਤੇ ਜਾਂਦੇ ਇਹ ਸਿਸਟਮ ਟੋਟਲ ਪ੍ਰੋਸੈਸਿੰਗ ਦੇ ਬਾਰੇ ਅੱਗੇ ਪ੍ਰੋਸੈਸਿੰਗ ਦੇ ਵਿੱਚ ਕਿਹੋ ਜਿਹਾ ਪਲਾਂਟ ਹੋ ਜਾਂ ਕਿਵੇਂ ਹੈ ਅਸੀਂ ਤੁਹਾਡੇ ਨਾਲ ਥੋੜੀ ਦੇਰ ਬਾਅਦ ਇੱਕ ਵੀਡੀਓ ਸ਼ੇਅਰ ਕਰ ਰਹੇ ਹਾਂ 2000 ਪੰਜਾਬ ਦੇ ਵਿੱਚ 2010 ਤੋਂ ਬਾਅਦ ਗੁੜ ਸ਼ੱਕਰ ਦਾ ਕੰਮ ਸ਼ੁਰੂ ਹੋਇਆ ਇਹ ਵੀ ਫੈਪਰੋ ਪਹਿਲੀ ਆਰਗੇਨਾਈਜੇਸ਼ਨ ਆ
ਜਿਹਨ ਜ਼ਿਲ੍ਹਾ ਡਿਪਟੀ ਕਮਿਸ਼ਨਰ ਦੇ ਨਾਲ ਤੇ ਬਾਕੀ ਸੰਬੰਧਿਤ ਮਹਿਕਮਿਆਂ ਨਾਲ ਤਾਲਮੇਲ ਕਰਕੇ ਕਿਸਾਨਾਂ ਨੂੰ ਟ੍ਰੇਨਿੰਗ ਤੇ ਭੇਜਿਆ। ਲਖਨਊ ਇੰਡੀਅਨ ਇੰਸਟੀਚਿਊਟ ਆਫ ਸ਼ੂਗਰ ਕੇਨ 60 ਦੇ ਉੱਤੇ ਉਹ ਫਿਰ ਹੌਲੀ ਹੌਲੀ ਸਿਸਟਮ ਚੱਲਿਆ। ਇਸ ਵੇਲੇ ਬੜੀ ਖੁਸ਼ੀ ਆ ਕਿ ਪੰਜਾਬ ਦੇ ਵਿੱਚ ਉਹ ਸਿਸਟਮ ਫੈਲਿਆ, ਲੋਕ ਲਗਾ ਰਹੇ। ਪਰ ਵਿਗਿਆਨਕ ਤੌਰ ਦੇ ਉੱਤੇ ਚੀਜ਼ ਉਹ ਤਿਆਰ ਹੋਣੀ ਚਾਹੀਦੀ ਆ ਜਿਹੜੀ ਮਨੁੱਖੀ ਸਿਹਤ ਵਾਸਤੇ ਚੰਗੀ ਹੋਵੇ। ਉਹਦੇ ਤਹਿਤ ਜਿਹੜਾ ਹੈ, ਜਿਹੜੇ ਸਾਡੇ ਵੀਰ ਟ੍ਰੇਨਿੰਗ ਲੈ ਕੇ ਆਏ ਸੀ ਉੱਥੋਂ ਲਖਨਊ ਤੋਂ, ਉਹਨਾਂ ਦਾ ਇੱਕ ਪਾਠ ਜਿਹੜੇ ਉਹ ਗੁੜ ਬਣਾ ਰਹੇ ਨੇ, ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਮੈਂ ਬੇਨਤੀ ਕਰੂੰਗਾ ਕੁਲਦੀਪ ਸਿੰਘ ਉਹਨਾਂ ਨੂੰ ਉਹ ਵੀਡੀਓ ਸ਼ੁਰੂ ਕਰ ਦੇਣ। ਕਿਸਾਨ ਵੀਰੋ ਤੇ ਭੈਣੋ, ਸਾਡੇ ਪਿੰਡਾਂ 'ਚ ਦੇਖੋ, ਜੇ ਆਪਾਂ ਸੰਭਾਵਨਾਵਾਂ ਲੱਭੀਏ ਤੇ ਸੰਭਾਵਨਾਵਾਂ ਦੀ ਕਮੀ ਨਹੀਂ। ਸਾਡੇ ਪੇਂਡੂ ਅਰਥਚਾਰੇ ਵਿੱਚ ਮਜ਼ਬੂਤੀ ਲਿਆਉਣ ਵਾਸਤੇ ਅਸੀਂ ਖੇਤੀ ਤੋਂ ਉਤਪਾਦ ਬਣਾ ਸਕਦੇ ਹਾਂ। ਖੇਤੀ ਉਪਜ ਤੋਂ ਉਤਪਾਦ ਬਣਾ ਕੇ ਤੇ ਜਦੋਂ ਅਸੀਂ ਖਪਤਕਾਰਾਂ ਨੂੰ ਵੇਚਾਂਗੇ ਤੇ ਦੂਣ ਸਵਾਈ ਸਾਡੀ ਆਮਦਨ ਹੋ ਸਕਦੀ ਹੈ। ਇਸ ਗੱਲ 'ਚ ਦੋ ਰਾਏ ਨਹੀਂ। ਔਰ ਇਸੇ ਸੋਚ ਨਾਲ ਵੱਖ-ਵੱਖ ਥਾਵਾਂ ਤੇ ਉਪਰਾਲੇ ਚੱਲਦੇ ਨੇ। ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਫੈਪਰੋ ਨਾਂ ਦੀ ਸੰਸਥਾ ਹੈ, ਫਾਰਮ ਐਗਰੋ ਪ੍ਰੋਡਿਊਸ ਪ੍ਰਮੋਸ਼ਨ ਸੁਸਾਇਟੀ ਬਣੀ ਹੋਈ ਹੈ। ਇਹਦਾ ਕੰਮ ਹੀ ਇਹ ਹੈ ਕਿ ਵੱਖ-ਵੱਖ ਉਤਪਾਦ ਬਣਾ ਕੇ ਕਿਸਾਨ ਖਪਤਕਾਰਾਂ ਨੂੰ ਵੇਚਦੇ ਆ। ਅਸੀਂ ਇੱਥੇ ਆਏ ਹਾਂ ਤੇ ਉਤਪਾਦ ਬਥੇਰੇ ਨੇ, ਲੇਕਿਨ ਇੱਕ ਉਤਪਾਦ ਜਿਹਨੂੰ ਸੁਣ ਕੇ ਮੂੰਹ 'ਚ ਪਾਣੀ ਆ ਜਾਂਦਾ, ਵੇਖ ਕੇ ਦਿਲ ਕਰਦਾ ਕਿ ਖਾ ਲਈਏ, ਉਹ ਹੈ ਗੁੜ। ਗੁੜ ਉਤਪਾਦ ਬਣਾ ਕੇ ਤੁਸੀਂ ਵੇਚ ਸਕਦੇ ਹੋ। ਵਿਸਰ ਗਏ ਆਪਾਂ ਗੁੜ ਕਿਵੇਂ ਬਣਾ ਸਕਦੇ ਹਾਂ, ਗੁੜ ਬਣਾਉਣ ਦਾ ਢੰਗ ਕੀ ਹੈ, ਕਿਸ ਢੰਗ ਨਾਲ ਗੁੜ ਬਣਾ ਕੇ ਅਸੀਂ ਵੇਚ ਸਕਦੇ ਹਾਂ। ਇਹ ਫੈਪਰੋ ਵੀ ਇਹ ਕੰਮ ਕਰ ਰਹੀ ਹੈ। ਹੋਰ ਉਤਪਾਦ ਕਿਸ ਢੰਗ ਨਾਲ ਸਾਡੀ ਖੇਤੀ ਨੂੰ ਦੂਣ ਸੁਆਇਆ ਕਰ ਸਕਦੇ ਨੇ, ਰੁਸ਼ਨਾ ਸਕਦੇ ਨੇ, ਮਹਿਕਮਾ ਜ਼ਰਾਅਤ ਹਮੇਸ਼ਾ ਇਸ ਪੱਖੋਂ ਤੁਹਾਡੇ ਲਈ ਉਪਲਬਧ ਹੈ, ਲੱਗਾ ਹੋਇਆ ਹੈ। ਤੇ ਅਸੀਂ ਗੱਲ ਕਰਨੇ ਆ ਜ਼ਿਲ੍ਹਾ ਹੁਸ਼ਿਆਰਪੁਰ ਦੇ ਮੁੱਖ ਖੇਤੀਬਾੜੀ ਅਫਸਰ ਨਾਲ। ਮੇਰੇ ਨਾਲ ਖੜੇ ਨੇ ਡਾਕਟਰ ਦਿਓਲ ਸਾਹਿਬ। ਇਹ ਗੱਲ ਇਹ ਹੈ ਕਿ ਜਦੋਂ ਅਸੀਂ ਡਾਕਟਰ ਕੁਲਬੀਰ ਸਿੰਘ ਦਿਓਲ ਜੀ ਨਾਲ ਗੱਲ ਕਰਾਂਗੇ ਤੇ ਇਹ ਗੱਲ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਫੈਪਰੋ ਸੰਸਥਾ ਕੀ ਕੰਮ ਕਰ ਰਹੀ ਹੈ, ਕਿਵੇਂ ਅਸੀਂ ਵੀ ਇਸ ਤਰ੍ਹਾਂ ਜੁੜ ਸਕਦੇ ਹਾਂ, ਸੰਸਥਾਵਾਂ ਬਣਾ ਸਕਦੇ ਹਾਂ ਤੇ ਆਪਣੀ ਖੇਤੀ ਉਪਜ ਤੋਂ ਪਦਾਰਥ ਬਣਾ ਕੇ ਵੇਚ ਸਕਦੇ ਹਾਂ। ਦਿਓਲ ਸਾਹਿਬ, ਕੀ ਕਹਿਣਾ ਚਾਹੋਗੇ ਫੈਪਰੋ ਬਾਰੇ ਤੇ ਇਹ ਜਿਹੜੀ ਸੋਚ ਹੈ ਖੇਤੀ ਉਪਜ ਤੋਂ ਉਤਪਾਦ ਬਣਾਉਣ ਬਾਰੇ? ਗੁਲਾਟੀ ਜੀ, ਅਸੀਂ ਖੇਤੀਬਾੜੀ ਮਹਿਕਮਾ ਜਦੋਂ ਵੀ ਜਾ ਕੇ ਪਿੰਡਾਂ ਦੇ ਵਿੱਚ ਅਸੀਂ ਕੈਂਪ ਲਾਉਂਦੇ ਸੀ, ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦੇਣ ਲਈ ਕੈਂਪ ਵਗੈਰਾ ਲਾਏ ਜਾਂਦੇ ਸੀ। ਉਹਦੇ ਵਿੱਚ ਕਿਸਾਨਾਂ ਦੀ ਆਮ ਇਹ ਡਿਮਾਂਡ ਹੁੰਦੀ ਵੀ ਜੋ ਤੁਸੀਂ ਦੱਸਦੇ ਆ ਅਸੀਂ ਉਹਨੂੰ ਕਰਕੇ ਆਪਣੀ ਜਿਹੜੀ ਪੈਦਾਵਾਰ ਅਸੀਂ ਕਰ ਲੈਣੀ ਆ, ਪਰ ਪੈਦਾਵਾਰ ਕਰਨ ਤੋਂ ਬਾਅਦ ਅਸੀਂ ਇਹਨੂੰ ਵੇਚਣਾ ਕਿੱਥੇ, ਮਾਰਕੀਟ ਕਿਵੇਂ ਕਰਨੀ ਆ, ਇਹ ਬਹੁਤ ਹੀ ਸਾਡੀ ਵੱਡੀ ਸਮੱਸਿਆ ਸੀ ਕਿਸਾਨਾਂ ਦੀ। ਤੇ ਕਿਸਾਨ ਹਮੇਸ਼ਾ ਸਾਨੂੰ ਇਸ ਗੱਲ ਦੇ ਲਈ ਕਹਿੰਦੇ ਸੀ ਵੀ ਜੋ ਵੀ ਤੁਸੀਂ ਕਹੋਗੇ ਅਸੀਂ ਪੈਦਾ ਕਰ ਦੇਣਾ, ਪਰ ਇਹਨੂੰ ਮਾਰਕੀਟਿੰਗ ਕੀ ਕਰਨਾ। ਸੋ ਇਹੋ ਜਿਹੀ 2001 ਦੇ ਵਿੱਚ ਅਸੀਂ ਆਪਣੇ ਜ਼ਿਲ੍ਹੇ ਦੇ ਵਿੱਚ ਬਲਾਕ ਭੁੰਗਾ ਦੇ ਵਿੱਚ ਇੱਕ ਉਪਰਾਲਾ ਕੀਤਾ, ਇੱਕ ਫੈਪਰੋ ਨਾਂ ਦੀ ਸੁਸਾਇਟੀ ਬਣਾਈ, ਫਾਰਮ ਪ੍ਰੋਡਿਊਸ ਪ੍ਰਮੋਸ਼ਨਲ ਸੁਸਾਇਟੀ, ਜਿਹਦੇ ਵਿੱਚ ਕਿ ਅਸੀਂ ਕੋਲ ਲਗਭਗ 300 ਕਿਸਾਨ ਇਕੱਠੇ ਹੋ ਕੇ ਉਹਨਾਂ ਨੇ ਆਪਣੀ ਪੈਸਾ ਪਾ ਕੇ, ਸ਼ੇਅਰ ਪਾ ਕੇ ਇੱਕ ਇਹਨੂੰ ਕੋਆਪਰੇਟਿਵ ਸੁਸਾਇਟੀ ਅਸੀਂ ਬਣਾਈ। ਕੋਆਪਰੇਟਿਵ ਸੁਸਾਇਟੀ ਬਣਾਉਣ ਤੋਂ ਬਾਅਦ ਫਿਰ ਪਲੈਨਿੰਗ ਕਮਿਸ਼ਨ ਦੇ ਨਾਲ ਗੱਲਬਾਤ ਕੀਤੀ, ਉਹਦੇ ਨਾਲ ਕਰਕੇ ਅਸੀਂ ਇਹਨੂੰ RSVY ਸਕੀਮ ਦੇ ਵਿੱਚ ਇੱਥੇ ਸਹਾਇਤਾ ਦੇ ਕੇ ਇੱਥੇ ਪ੍ਰੋਡਿਊਸਰ ਜਿਹੜੀ ਸੁਸਾਇਟੀ
ਸੋਸਾਇਟੀ ਕੀਤੀ। ਇਹ ਮੇਨ ਅਸੀਂ ਸ਼ੁਰੂ ਕੀਤਾ ਸੀ ਹਲਦੀ ਜਿਹੜੀ ਸੀ ਕਿਸਾਨਾਂ ਨੂੰ ਇੱਥੇ ਇੰਟਰੋਡਿਊਸ ਕੀਤੀ ਸੀ, ਹਲਦੀ ਦੀ ਪ੍ਰੋਡਿਊਸ ਕਰਨ ਤੋਂ ਬਾਅਦ ਤੇ ਨਾਲ ਦੀ ਨਾਲ ਸ਼ਹਿਦ ਦੀ ਸਾਡੇ ਕੋਲ ਸੀਗੀ। ਇਹ ਦੋ ਚੀਜ਼ਾਂ ਮੇਨ ਅਸੀਂ ਪਹਿਲਾਂ ਸ਼ੁਰੂ ਕੀਤੀਆਂ। ਉਹ ਸੋਸਾਇਟੀ ਨੇ ਬਣਾ ਕੇ ਮਾਰਕੀਟਿੰਗ ਕਰਕੇ ਉਹਦੀ ਪੈਕਿੰਗ ਵਧੀਆ ਕਰਕੇ ਉਹਦੀ ਅਸੀਂ ਮਾਰਕੀਟਿੰਗ ਸ਼ੁਰੂ ਕੀਤੀ, ਜੋ ਕਿ ਕਿਸਾਨਾਂ ਵਿੱਚ ਬਹੁਤ ਜ਼ਿਆਦਾ ਪ੍ਰਚਲਿਤ ਹੋਈ, ਕਿਉਂਕਿ ਉਹਦਾ ਅਸੀਂ ਸਟੈਂਡਰਡ ਬਹੁਤ ਵਧੀਆ ਰੱਖਿਆ, ਉਹਦੀ ਕੁਆਲਿਟੀ ਬਹੁਤ ਵਧੀਆ ਰੱਖੀ ਔਰ ਉਹਦੀ ਪੈਕਿੰਗ ਬੜੀ ਵਧੀਆ ਕੀਤੀ। ਔਰ ਕਿਸਾਨਾਂ ਨੇ ਛੱਡ ਕੇ ਕੀ ਸਾਰੇ ਜਿਹੜੇ ਵਪਾਰੀ ਸੀ ਉਹਨਾਂ ਨੇ ਵੀ, ਜੋ ਖਰੀਦਣ ਵਾਲੇ ਕੰਜ਼ਿਊਮਰ ਸੀ ਉਹਨਾਂ ਨੇ ਵੀ ਉਹਨੂੰ ਬਹੁਤ ਚੰਗੀ ਤਰ੍ਹਾਂ ਅਪਣਾਇਆ ਤੇ ਹਜੇ ਵੀ ਸਾਡੇ ਕੋਲ ਉਹਦੀ ਬੜੀ ਡਿਮਾਂਡ ਆ। ਇਸ ਦੇ ਨਾਲ ਨਾਲ ਅਸੀਂ ਹੋਰ, ਜਿੱਦਾਂ ਤੁਸੀਂ ਦੱਸ ਰਹੇ ਸੀ, ਹੋਰ ਵੀ ਕਿਸਾਨਾਂ ਦੀਆਂ ਕਈ ਜਿਹੜੀਆਂ ਪ੍ਰੋਡਿਊਸ ਸੀ ਉਹਦੀ ਵੀ ਮਾਰਕੀਟਿੰਗ ਦੀ ਪ੍ਰੋਬਲਮ ਆਉਂਦੀ ਸੀ। ਅਸੀਂ ਉਹਨੂੰ ਵੀ ਚਾਹੁੰਦੇ ਸੀ, ਖਾਸ ਕਰਕੇ ਗੰਨੇ ਦੇ ਵਿੱਚ ਜਿਵੇਂ ਗੁੜ ਬਣਾਉਣਾ, ਸ਼ੱਕਰ ਬਣਾਉਣੀ। ਬਿਲਕੁਲ ਜੀ। ਸੋ ਗੱਲ ਇਹ ਹੈ ਕਿ ਗੰਨੇ ਦੀ ਗੱਲ ਏ ਤੇ ਗੁੜ ਦੀ ਗੱਲ ਏ, ਤੇ ਫੈਪਰੋ ਨੇ ਇਹ ਉਪਰਾਲਾ ਕੀਤਾ ਤੇ ਫੈਪਰੋ ਦੇ ਜ਼ਰੀਏ ਜਿਹੜੇ ਇਸ ਫੈਪਰੋ ਦੇ ਨਾਲ ਜੁੜੇ ਕਿਸਾਨ ਨੇ ਉਹਨਾਂ ਨੂੰ ਸਿਖਲਾਈ ਦਾ ਪ੍ਰਬੰਧ ਵੀ ਕੀਤਾ। ਇਹ ਸਿਖਲਾਈ ਕਿਸ ਢੰਗ ਨਾਲ ਗੰਨੇ ਤੋਂ ਜੂਸ ਕੱਢ ਕੇ, ਰੋਹ ਕੱਢ ਕੇ ਗੁੜ ਬਣਾਉਂਦੇ ਨੇ। ਚੱਲੇ ਹੁਣ ਉੱਥੇ ਤੇ ਵੇਖਦੇ ਆ ਕਿ ਗੁੜ ਕਿਸ ਢੰਗ ਨਾਲ ਸਾਡੀ ਖੇਤੀ ਅਰਥਚਾਰੇ ਨੂੰ ਮਜ਼ਬੂਤੀ ਪ੍ਰਦਾਨ ਕਰ ਸਕਦਾ ਹੈ। ਆਓ ਚੱਲਦੇ ਆ ਫੈਪਰੋ ਦੇ ਉਸ ਯੂਨਿਟ ਦੇ ਉੱਤੇ। ਕਿਸਾਨ ਵੀਰੋ ਤੇ ਭੈਣੋ, ਗੱਲ ਇਹ ਹੈ ਕਿ ਪੇਂਡੂ ਅਰਥਚਾਰੇ ਦੀ ਜੇਕਰ ਗੱਲ ਕਰੀਏ ਤੇ ਗੁੜ ਦਾ ਇੱਕ ਬੜਾ ਵੱਡਾ ਰੋਲ ਹੈ ਤੇ ਕਮਾਦ ਅਸੀਂ ਆਪਣਾ ਬੀਜਨੇ ਆ ਤੇ ਕਮਾਦ ਤੋਂ ਗੁੜ ਬਣਾ ਕੇ ਤੇ ਵਧੀਆ ਢੰਗ ਨਾਲ ਅਸੀਂ ਵਿਕਰੀ ਕਰ ਸਕਨੇ ਆ। ਗੁੜ ਬਣਾਉਣ ਦਾ ਤਰੀਕਾ, ਗੁੜ ਕਿਵੇਂ ਬਣਾਇਆ ਜਾ ਰਿਹਾ ਹੈ, ਫੈਪਰੋ ਦਾ ਇੱਕ ਯੂਨਿਟ ਹੈ, ਉੱਥੇ ਆਪਾਂ ਬੈਠੇ ਆ, ਬਿਲਕੁਲ ਤਿਆਰ ਬਰ ਤਿਆਰ ਪਾਤੇ ਤੇ ਮੂੰਹ 'ਚ ਪਾਣੀ ਵੀ ਆਉਣ ਡਿਆ। ਪਰ ਗੱਲ ਹੈ ਕਿ ਨਾਲ ਦੇ ਨਾਲ ਤੁਹਾਨੂੰ ਜਾਣਕਾਰੀ ਵੀ ਦੇਣੀ ਹੈ ਵੀ ਗੁੜ ਕਿਵੇਂ ਬਣਦਾ ਔਰ ਕਿਸ ਢੰਗ ਨਾਲ ਇਸ ਸੰਸਥਾ ਦੇ ਜ਼ਰੀਏ ਗੁੜ ਦੀ ਵਿਕਰੀ ਹੋ ਰਹੀ ਹੈ ਔਰ ਕਿਸ ਢੰਗ ਨਾਲ ਅਸੀਂ ਵੀ ਅਜਿਹੇ ਉਪਰਾਲੇ ਦੇ ਨਾਲ ਆਪਣੇ ਅਰਥਚਾਰੇ ਨੂੰ, ਆਪਣੇ ਪੇਂਡੂ ਉਦਯੋਗ ਨੂੰ ਨਵੀਂ ਦਿਸ਼ਾ ਦੇ ਸਕਦੇ ਹਾਂ। ਸੋ ਗੱਲ ਕਰਨੇ ਆ, ਮੇਰੇ ਨਾਲ ਬੈਠੇ ਨੇ। ਤੁਸੀਂ ਦੱਸੋ ਜੀ, ਜਦੋਂ ਆਪਾਂ ਗੁੜ ਦੀ ਗੱਲ ਕਰਨੇ ਆ ਤੇ ਇੱਕ ਤਰੀਕਾ ਹੈ ਵਧੀਆ ਢੰਗ ਨਾਲ ਗੁੜ ਬਣਾਉਣ ਦਾ ਔਰ ਤੁਸੀਂ ਸਿਖਲਾਈ ਵੀ ਲੈ ਕੇ ਆਏ ਹੋ। ਸੋ ਕੀ ਦੱਸਣਾ ਚਾਹੋਗੇ, ਕਿਸ ਢੰਗ ਨਾਲ ਤੁਸੀਂ ਇਹ ਪੱਤ ਤਿਆਰ ਕਰਦੇ ਹੋ ਔਰ ਕਿਸ ਢੰਗ ਨਾਲ ਇੱਥੇ ਕਿੰਨਾ ਕੁ ਤੁਸੀਂ ਰੋਹ ਪਾਉਂਦੇ ਹੋ ਤੇ ਉਹਦੇ ਬਾਰੇ ਜਾਣਕਾਰੀ ਦਿਓ। ਅਸੀਂ ਸਰ 60 ਕਿਲੋ ਜਿਹੜੇ ਹੈਗੇ ਆ ਰਾਸ ਇੱਕ ਪੱਤ ਵਿੱਚ ਪਾਉਂਦੇ ਆ ਤੇ ਇਹਨੂੰ 120 ਡਿਗਰੀ ਤੱਕ ਇਹਨੂੰ ਅਸੀਂ ਗਰਮ ਕਰਦੇ ਆ। ਜਿਸ ਵੇਲੇ ਪੱਕ ਜਾਂਦੇ ਆ ਤੇ ਅਸੀਂ ਇਹਦਾ ਫਿਰ ਗੁੜ ਤਿਆਰ ਕਰਦੇ ਆ। 60 ਕਿਲੋ ਦੇ ਵਿੱਚੋਂ ਜਿਹੜਾ ਹੈ 14 ਤੋਂ 15 ਕਿਲੋ ਤੱਕ ਜਿਹੜਾ ਗੁੜ ਹੈਗਾ ਉਹ ਤਿਆਰ ਹੋ ਜਾਂਦਾ ਤੇ ਜਿਹਦੀ ਅਸੀਂ ਪੈਕਿੰਗ ਕਰਕੇ ਤੇ ਫੈਪਰੋ ਦੇ ਬ੍ਰਾਂਡ ਥੱਲੇ ਅਸੀਂ ਜਿਹੜਾ ਵੇਚਦੇ ਆ ਤੇ ਹੱਥੋਂ ਹੱਥੀ ਸਾਡਾ ਜਿਹੜਾ ਗੁੜ ਹੈਗਾ ਵਿਕ ਜਾਂਦਾ। ਬਿਲਕੁਲ ਜੀ, ਗੱਲ ਇਹ ਹੈ ਕਿ ਜਦੋਂ ਤਰੀਕੇ ਨਾਲ ਚੀਜ਼ ਬਣਾਈ ਹੋਵੇ ਤੇ ਨਾਲ ਫਿਰ ਇੱਕ ਐਸੀ ਸੰਸਥਾ ਦਾ ਨਾਲ ਉੱਤੇ ਠੱਪਾ ਲੱਗ ਜਾਵੇ, ਸੋ ਇਹ ਸੁਣਿਆ ਜਾਂਦਾ ਕਿ ਅਸੀਂ ਵੀ ਬਤੌਰ ਕਿਸਾਨ ਆਪਾਂ ਇਹ ਉਪਰਾਲੇ ਕਰ ਸਕਨੇ ਆ। ਅੱਛਾ, ਹੁਣ ਇਹ ਦੱਸੋ ਕਿ ਇਹ ਵੀ ਗੱਲ ਸੁਣਨੀ ਚਾਹੀ ਸੀ ਕਿ ਤੁਸੀਂ ਸਿਖਲਾਈ ਵੀ ਲਈਏ ਗੁੜ ਬਣਾਉਣ ਦਾ ਤਰੀਕਾ, ਕਿਉਂਕਿ ਦੇਖੋ ਬੜੇ ਢੰਗਾਂ ਦੇ ਨਾਲ ਪੰਜਾਬ 'ਚ ਗੁੜ ਬਣਾਉਂਦੇ ਨੇ ਔਰ ਕਾਫੀ ਕਿਸਾਨ ਵੀਰ ਜਿਹੜੇ ਨੇ ਵਧੀਆ ਢੰਗ ਨਾਲ ਹੋ ਸਕਦਾ ਗੁੜ ਬਣਾਉਂਦੇ ਵੀ ਹੋਣ, ਲੇਕਿਨ ਸਿਖਲਾਈ ਦਾ ਕੀ ਰੋਲ ਹੈ, ਕਿਸ ਢੰਗ ਨਾਲ ਤੁਸੀਂ ਸਿਖਲਾਈ ਲਈ ਔਰ ਕਿੱਥੋਂ ਸਿਖਲਾਈ ਲਈ, ਸਿਖਲਾਈ 'ਚ ਤੁਹਾਨੂੰ ਕੀ ਕੁਝ ਨਜ਼ਰ ਆਇਆ ਤੇ ਜਿਹੜਾ ਗੁੜ ਤੁਸੀਂ ਬਣਾਇਆ ਉਹ ਸਿਖਲਾਈ ਨਾਲ ਬਣਾਇਆ ਹੋਏਗਾ? ਬਿਲਕੁਲ ਜੀ, ਸਿਖਲਾਈ ਜਿਹੜੀ ਫੈਪਰੋ ਦੇ ਥਰੂ ਅਸੀਂ PHPTC ਲੁਧਿਆਣਾ PAU ਯੂਨੀਵਰਸਿਟੀ ਤੋਂ ਲਈ ਸੀ ਤੇ ਉੱਥੋਂ ਜਿਹੜਾ ਉਹਨਾਂ ਨੇ ਸਾਨੂੰ ਸਾਡੇ ਨਾਲ ਸਾਇੰਟਿਸਟ ਜਾ ਕੇ ਇੰਡੀਅਨ ਇੰਸਟੀਚਿਊਟ ਆਫ ਸ਼ੂਗਰ ਕੇਨ ਰਿਸਰਚ ਇਨ ਲਖਨਊ, ਉੱਥੋਂ ਜਾ ਕੇ ਅਸੀਂ ਜਿਹੜਾ ਹੈਗਾ ਇਹਦੇ ਸਾਰੇ ਇਨਜ਼ ਐਂਡ ਆਊਟ ਜਿਹੜੇ ਹੈ ਉਹ ਸਾਰੇ ਫਾਈਂਡ ਆਊਟ ਕੀਤੇ ਹੈਗੇ ਆ। ਉਹਨਾਂ ਨੇ ਸਾਰੀ ਗੱਲ ਇਹ ਸਮਝਾਈ ਹੈ ਕਿ ਜਿਹੜਾ ਜਿਸ ਜ਼ਮੀਨ ਦੀ pH ਵੈਲਿਊ 6.5 ਤੋਂ 7.5 ਤੱਕ ਹੈ ਉਹਦੇ ਵਿੱਚ ਜਿਹੜਾ ਗੁੜ ਦੀ ਫਾਰਮੇਸ਼ਨ ਹੈ ਬਹੁਤ ਵਧੀਆ ਬਣਦੀ ਹੈਗੀ ਆ ਤੇ ਜੇ ਜਿਹੜੀ ਹੈਗੀ ਆ ਜ਼ਮੀਨ ਉਹਦੀ ਜਿਹੜੀ ਆ pH ਵੈਲਿਊ ਜ਼ਿਆਦਾ ਐਸਿਡਿਕ ਜਾਂ ਜ਼ਿਆਦਾ ਜਿਹੜੀ ਹੈ ਅਲਕਲਾਈਨ ਹੋਵੇ ਤਾਂ ਗੁੜ ਦੀ ਕੁਆਲਿਟੀ ਜਿਹੜੀ ਹੈਗੀ ਆ ਕੋਈ ਬਹੁਤ ਹੀ ਵਧੀਆ ਨਹੀਂ ਬਣਦੀ।
ਤੇ ਇਸ ਉਹਦੇ ਨਾਲ ਹੀ ਉਹਨਾਂ ਨੇ ਸਾਨੂੰ ਮਤਲਬ ਲੇਟੈਸਟ ਟੈਕਨੋਲੋਜੀ ਜਿਹੜੀ ਗੁੜ ਬਣਾਉਣ ਦੀ ਦਿੱਤੀ ਆ, ਇਹਦੀ ਕਲੈਰੀਫਿਕੇਸ਼ਨ ਦੇ ਅਲੱਗ-ਅਲੱਗ ਢੰਗ ਸਿਖਾਏ ਹੈਗੇ ਆ। ਤੇ ਉਹਦੇ ਨਾਲ ਸਾਡਾ ਜਿਹੜਾ ਗੁੜ ਹੈਗਾ ਮਾਰਕੀਟ ਵਿੱਚ ਆਮ ਜੋ ਗੁੜ ਚੱਲਦੇ ਹੈਗੇ ਆ ਉਹਦੇ ਨਾਲੋਂ ਕੁਆਲਿਟੀ ਸਾਡੀ ਫਾਰ ਬੈਟਰ ਹੁੰਦੀ ਆ। ਤੇ ਇਸ ਕਰਕੇ ਅਸੀਂ ਜਿੰਨੀ ਵੀ ਤਿਆਰੀ ਕਰਦੇ ਆ ਗੁੜ ਦੀ, ਸਾਡਾ ਉਹ ਹੱਥੋਂ ਹੱਥੀ ਸਾਰਾ ਦਿਖ ਜਾਂਦਾ ਹੈ। ਸੋ ਇੱਕ ਤੁਸੀਂ ਜ਼ਿਕਰ ਕੀਤਾ ਕਿ ਕਲੈਰੀਫਿਕੇਸ਼ਨ, ਜਿਹਨੂੰ ਆਪਾਂ ਕਹਿੰਦੇ ਆ ਕਿ ਜਦੋਂ ਪੱਤ ਨੂੰ ਪਾਉਣਾ ਤੇ ਉਹਨੂੰ ਦੇਖੋ ਕਿ ਇਹ ਢੰਗ ਨਾਲ ਸਾਫ਼ ਕਰਨਾ ਪੈਂਦਾ ਔਰ ਕਿੰਨਾ ਇੱਕ ਟੈਂਪਰੇਚਰ ਵੀ ਆਪਾਂ ਦੇਣਾ ਉਹਦੇ ਮੁਤਾਬਕ ਫਿਰ ਗੁੜ ਬਣਨਾ ਹੈ, ਕਿਉਂਕਿ ਇਹ ਸਾਰਾ ਇੱਕ ਤਰੀਕਾ ਹੈ ਜਿਹੜਾ ਕਿ ਇਹਨਾਂ ਨੇ ਸਿਖਲਾਈ ਦੇ ਜ਼ਰੀਏ ਸਿੱਖਿਆ ਹੈ। ਅੱਛਾ, ਇਹ ਦੱਸੋ ਕਿ ਜਦੋਂ ਅਸੀਂ ਪੱਤ ਵਿੱਚ ਪਾਈ, ਰੋਹ ਪਾਈ, ਉਸ ਤੋਂ ਬਾਅਦ ਉਹਨੂੰ ਆਪਾਂ ਥੱਲੇ ਬਾਲਣ ਨਾਲ ਗਰਮ ਕਰਨਾ ਹੈ ਤੇ ਸਫਾਈ ਵਾਸਤੇ ਵੀ ਕੁਛ ਨਾ ਕੁਛ ਕੈਮੀਕਲ ਪਾਣੇ ਪੈਂਦੇ ਹੋਣਗੇ। ਉਹ ਕੈਮੀਕਲ ਕਿਹੜੇ ਨੇ? ਔਰ ਤੁਸੀਂ ਪੀਐਚ ਦਾ ਵੀ ਜ਼ਿਕਰ ਕੀਤਾ ਹੈ ਔਰ ਤੁਹਾਨੂੰ ਇਹ ਵੀ ਦੱਸਿਆ ਹੋਵੇਗਾ ਪੰਜਾਬ ਸੂਬੇ 'ਚ ਕਿਹੜਾ ਇਲਾਕਾ ਹੈਗਾ ਜਿੱਥੇ ਪੀਐਚ ਜ਼ਿਆਦਾ ਹੈ ਜਾਂ ਪੀਐਚ ਘੱਟ ਹੈ, ਜਿੱਥੇ ਗੁੜ ਨਹੀਂ ਚੰਗਾ ਬਣ ਸਕਦਾ। ਇਹਦੇ ਬਾਰੇ ਵੀ ਆਪਣੇ ਜਿਹੜੇ ਤੁਹਾਨੂੰ ਜੋ ਸਿੱਖਿਆ ਪ੍ਰਾਪਤ ਕੀਤੀ ਨਾ, ਉਹ ਇਸ ਮਾਦੇ ਬਣੇ ਸਾਡੇ ਨਾਲ ਸਾਂਝੀ ਕਰੋ। ਹਾਂਜੀ ਸਰ, ਜਿਹੜਾ ਗੰਨੇ ਦਾ ਜੂਸ ਆ ਇਹਦੇ ਨੈਚੁਰਲ ਫਾਰਮ ਵਿੱਚ ਜਿਸ ਵੇਲੇ ਅਸੀਂ ਇਹਨੂੰ ਕੱਢਦੇ ਹਾਂ ਤੇ ਇਹਦੀ ਪੀਐਚ ਵੈਲਿਊ 5.8 ਹੁੰਦੀ ਆ। ਜਦੋਂ ਅਸੀਂ ਸਿਖਲਾਈ ਦੀ ਗੱਲ ਕਰਨੇ ਆ ਤੇ ਸਿਖਲਾਈ ਦੇਖੋ, ਇਹ ਭਾਵੇਂ ਗੁੜ ਦਾ ਕੰਮ ਸਾਡਾ ਪਿਤਾ ਪੁਰਖੀ ਕੰਮ ਹੈ, ਸਾਡੇ ਪਿੰਡਾਂ 'ਚ ਆਮ ਤੌਰ ਤੇ ਆਪਾਂ ਸਾਰੇ ਜਾਣਦੇ ਆ, ਲੇਕਿਨ ਫਿਰ ਵੀ ਸਿਖਲਾਈ ਕਿਉਂ? ਕੀ ਕਾਰਨ ਹੈ ਸਿਖਲਾਈ ਦਾ ਔਰ ਸਿਖਲਾਈ ਕਿੱਥੋਂ ਲਈ ਹੈ, ਕਿਸ ਢੰਗ ਨਾਲ ਸਿਖਲਾਈ ਲਈ ਔਰ ਇਹ ਸਿਖਲਾਈ 'ਚ ਕਿਹੜੇ-ਕਿਹੜੇ ਖਾਸ ਨੁਕਤੇ ਤੁਹਾਨੂੰ ਦੱਸੇ ਗਏ ਗੁੜ ਬਣਾਉਣ ਵਾਸਤੇ? ਇਹਦੇ ਬਾਰੇ ਸਾਡੇ ਨਾਲ ਜਿਹੜਾ ਵਿਚਾਰ ਸਾਂਝੇ ਕਰੋ ਆਪਣੇ। ਦੇਖੋ ਸਰ, ਜਿਹੜਾ ਪਿਤਾ ਪੁਰਖੀ ਕਿੱਤਾ ਹੋਣ ਦੇ ਕਾਰਨ ਸਾਨੂੰ ਇਹਦਾ ਸਾਇੰਟੀਫਿਕ ਆਧਾਰ ਦਾ ਨਹੀਂ ਸੀ ਪਤਾ ਕਿ ਆਪਾਂ ਜਿਹੜਾ ਹੈਗਾ ਆ ਰਸ ਨੂੰ ਜ਼ਿਆਦਾ ਬੋਇਲ ਕਿਉਂ ਕਰਦੇ ਆ, ਕਿ ਜ਼ਿਆਦਾ ਜਿਹੜਾ ਹੈ ਬੋਇਲ ਉਹਨੂੰ ਕਿਉਂ ਕਰਦੇ ਆ, ਉਹਦਾ ਕਾਰਨ ਕੀ ਆ। ਜਿਸ ਵੇਲੇ ਅਸੀਂ ਜਿਹੜੇ ਹੈਗੇ ਆ ਆਪਣੇ ਟ੍ਰੇਨਿੰਗ ਲਈ ਆ, ਉਹਨਾਂ ਨੇ ਇਸ ਸਾਰੇ ਜਿਹੜਾ ਧੰਦੇ ਨੂੰ ਸਾਇੰਟੀਫਿਕ ਆਧਾਰ ਦੇ ਨਾਲ ਜੋੜ ਦਿੱਤਾ। ਜਿਸ ਵੇਲੇ ਜਿਹੜੀ ਹੈ ਆਪਾਂ ਰਸ ਨੂੰ ਬੋਇਲ ਕਰਦੇ ਆ ਇੱਕ ਖਾਸ ਟੈਂਪਰੇਚਰ ਤੱਕ, ਪੱਤ ਨੂੰ ਥੱਲੇ ਨਹੀਂ ਬਹਿਣ ਦਿੰਦੇ, ਉਹਦੀ ਉਨੀ ਆਕਸੀਡੇਸ਼ਨ ਜ਼ਿਆਦਾ ਹੁੰਦੀ ਆ। ਆਕਸੀਡੇਸ਼ਨ ਜ਼ਿਆਦਾ ਹੋਣ ਦੇ ਨਾਲ ਜਿਹੜਾ ਉਹਦਾ ਪੱਤ ਦਾ ਰੰਗ ਜਿਹੜਾ ਹੈ ਉਹ ਵਧੀਆ ਬਣ ਜਾਂਦਾ। ਇਸੇ ਤਰ੍ਹਾਂ ਹੀ ਜਿਸ ਵੇਲੇ ਅਸੀਂ ਜਿਹੜਾ ਪੱਤ ਪੱਕ ਜਾਂਦੀ ਆ ਉਹਨੂੰ ਲਿਆ ਕੇ ਗੰਢ ਵਿੱਚ ਪਾਉਂਦੇ ਆ ਤੇ ਅਸੀਂ ਉਹਨੂੰ ਅੱਗੇ ਕਹਿੰਦੇ ਕਿ ਸੀਰਾ ਮਾਰਦੇ ਆ। ਇਨ ਰੀਅਲ ਸੈਂਸ ਉਹ ਵੀ ਅਸੀਂ ਉਹਦੀ ਆਕਸੀਡੇਸ਼ਨ ਕਰਾਉਂਦੇ ਆ। ਜਿੰਨੀ ਬਿਹਤਰ ਆਕਸੀਡੇਸ਼ਨ ਹੋਏਗੀ ਉਨਾ ਬਿਹਤਰ ਜਿਹੜਾ ਹੈਗਾ ਉਹਦਾ ਆਪਣੇ ਪੱਤ ਦਾ ਰੰਗ ਬਣਦਾ। ਬਾਕੀ ਰਹੀ ਗੱਲ ਜਿਹੜਾ ਹੈ ਗੁੜ, ਇਹਨੂੰ ਅਸੀਂ ਮਿਠਾਸ ਕਰਕੇ ਖਾਂਦੇ ਆ। ਸੁਕਰੋਜ਼ ਇੱਕ ਮਤਲਬ ਕਿਸਮ ਹੈ ਮਿਠਾਸ ਦੀ। ਜਿੰਨਾ ਗੁੜ ਦੇ ਵਿੱਚ ਉਹ ਸੁਕਰੋਜ਼ ਜ਼ਿਆਦਾ ਹੋਏਗਾ ਉਹਨਾਂ ਜਿਹੜਾ ਹੈ ਉਹ ਗੁੜ ਜਿਹੜਾ ਜ਼ਿਆਦਾ ਪਸੰਦ ਕੀਤਾ ਜਾਂਦਾ, ਜਿਹਨੂੰ ਅਸੀਂ ਆਪਣੀ ਦੇਸੀ ਭਾਸ਼ਾ ਵਿੱਚ ਕਣ ਕਹਿੰਦੇ ਸੀ। ਇਹ ਜਿਹੜਾ ਜ਼ਿਆਦਾ ਡਿਪੈਂਡ ਕਰਦਾ ਹੈ, ਇਹ ਕਰਦਾ ਹੈ ਜਿਹੜੀ ਆ ਜ਼ਮੀਨ ਉਹਦੀ ਨੇਚਰ ਤੇ। ਜਿਸ ਤਰ੍ਹਾਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਕਿ ਜਿਸ ਜ਼ਮੀਨ ਦੀ ਪੀਐਚ ਵੈਲਿਊ ਜਿਹੜੀ ਆ 6.5 ਤੋਂ 7.5 ਤੱਕ ਹੋਏਗੀ, ਉਹਦਾ ਜਿਹੜਾ ਹੈ ਗੁੜ ਬੈਸਟ ਬਣਦਾ ਹੈ। ਤੇ ਇੱਕ ਕੁਦਰਤ ਦੀ ਜਾਂ ਨੇਚਰ ਦੀ ਦੇਣ ਹੈ ਕਿ ਸਾਡੀ ਜਿਹੜੀ ਬੈਲਟ ਹੁਸ਼ਿਆਰਪੁਰ ਤੋਂ ਆਪਣੇ ਪਠਾਨਕੋਟ ਤੱਕ ਹੈ ਜਾਂ ਜਿੱਥੇ ਅਸੀਂ ਬੈਠੇ ਹਾਂ, ਇਹ ਸਾਰੀ ਬੈਲਟ ਦੀ ਪੀਐਚ ਵੈਲਿਊ ਜਿਹੜੀ ਬਿਲਕੁਲ ਗੁੜ ਦੇ ਫਿੱਟ ਹੈ। ਜਿਉਂ-ਜਿਉਂ ਅਸੀਂ ਥੱਲੇਲੇ ਪਾਸੇ ਨੂੰ ਜਾਂਦੇ ਹਾਂ, ਦਰਿਆ ਵਾਲੇ ਪਾਸੇ ਨੂੰ ਜਾਂਦੇ ਹਾਂ, ਗੁੜ ਦੇ ਵਿੱਚ ਜਿਹੜਾ ਜਿੱਡਾ ਬਣਾਉਣਾ ਸ਼ੁਰੂ ਹੋ ਜਾਂਦਾ, ਜਿਹਨੂੰ ਅਸੀਂ ਜੜਿਆ ਕਹਿੰਦੇ ਹੈਗੇ ਆ। ਸੋ ਇਹ ਜਿਹੜਾ ਹੈ ਸਾਰਾ ਜਿਹੜਾ ਡਿਪੈਂਡ ਜ਼ਿਆਦਾ ਕਰਦਾ ਹੈ ਕਿ ਅਸੀਂ ਜਿਹੜਾ ਹੈਗਾ ਗੰਨਾ ਉਹ ਕਿਸ ਕਿਸਮ ਦੀ ਜ਼ਮੀਨ ਦੇ ਵਿੱਚ ਬੀਜਿਆ, ਕਿੱਦਾਂ ਦੀਆਂ ਅਸੀਂ ਉਹਨੂੰ ਖਾਦਾਂ ਦਿੱਤੀਆਂ, ਕਿੰਨਾ ਕੁ ਅਸੀਂ ਉਹਨੂੰ ਪਾਣੀ ਪਾਇਆ, ਇਹਨਾਂ ਚੀਜ਼ਾਂ ਤੇ ਸਾਰਾ ਜਿਹੜਾ ਹੈਗਾ ਡਿਪੈਂਡ ਕਰਦਾ। ਤੇ ਜੇ ਵਧੀਆ ਜ਼ਮੀਨ ਦੇ ਵਿੱਚ ਅਸੀਂ ਗੰਨਾ ਬੀਜਿਆ ਆ, ਵਧੀਆ ਢੰਗ ਦੇ ਨਾਲ ਅਸੀਂ ਉਹਨੂੰ ਲੋੜੀਂਦੀ ਕੋਈ ਖਾਦ ਦਿੱਤੀ ਹੋਏ ਜਾਂ ਪਾਣੀ ਦਿੱਤਾ ਆ, ਤਾਂ ਜ਼ਰੂਰੀ ਹੈ ਕਿ ਉਹਦੇ ਵਿੱਚ ਸੁਕਰੋਜ਼ ਦੀ ਮਾਤਰਾ ਵੱਧ ਹੋਏਗੀ। ਜੇ ਸੁਕਰੋਜ਼ ਦੀ ਮਾਤਰਾ ਵੱਧ ਹੋਏਗੀ ਤਾਂ ਤੁਹਾਨੂੰ ਕਿਸ ਤਰ੍ਹਾਂ ਦੀ ਵੀ ਜਿਹੜੀ ਹੈ ਗਾਹਕੀ ਦੀ ਜਾਂ ਉਹਦੀ ਮਾਰਕੀਟਿੰਗ ਦੀ ਕੋਈ ਸਮੱਸਿਆ ਨਹੀਂ ਆਊਗੀ। ਜੇ ਇਸ ਤਰੀਕੇ ਦੇ ਨਾਲ ਸਾਡਾ ਕੰਮ ਕੀਤਾ ਆ, ਮਤਲਬ ਜਿਹੜਾ ਹੈ ਮਿੱਲ ਤੇ ਜੇ ਅਸੀਂ 80,000 ਦਾ ਗੰਨਾ ਸਿੱਟਦੇ ਹਾਂ ਤਾਂ ਜੇ ਅਸੀਂ ਮਤਲਬ ਜਿਹੜਾ ਹੈ ਗੁੜ ਬਣਾ ਕੇ ਉਹਨੂੰ ਵੇਚਾਂਗੇ ਤਾਂ ਜ਼ਰੂਰੀ ਹੈ ਕਿ 1.25 ਲੱਖ ਤੱਕ ਜਿਹੜਾ ਹੈ ਸਾਡਾ ਉਹ ਵਿਕ ਜਾਂਦਾ ਹੈ। ਨਾਲ ਜਿਹੜਾ ਹੈ ਸਾਡੀ ਲੇਬਰ ਉਹਨੂੰ ਧੰਦਾ ਮਿਲ ਜਾਂਦਾ ਕੰਮ ਕਰਨ ਦਾ, ਤੇ ਸਾਡੇ ਜਿਹੜੇ ਹੈ ਡੰਗਰ ਆ ਉਹਨਾਂ ਨੂੰ ਚਾਰਾ ਮਿਲ ਜਾਂਦਾ। ਬਿਲਕੁਲ ਜੀ, ਗੱਲ ਇਹ ਹੈ ਕਿ ਤਕਨੀਕ ਦਾ ਯੁੱਗ ਹੈ ਤੇ ਜਦੋਂ ਆਪਾਂ ਤਕਨੀਕ ਨਾਲ ਜੁੜੀਏ ਤੇ ਨਵੇਂ ਰਸਤੇ ਲੱਭਦੇ ਆ। ਤੇ ਸਾਡੇ ਪਿੰਡਾਂ 'ਚ ਦੇਖੋ ਸੰਭਾਵਨਾਵਾਂ ਦੀ ਕਮੀ ਨਹੀਂ, ਇਹ ਕਰਕੇ ਆਪਾਂ ਬਿਲਕੁਲ ਆਪਣੀ ਅੱਖੀ ਦੇਖਣ ਦੇ ਆ ਕਿ ਉਹ ਕੰਮ ਜਿਹੜਾ ਅਸੀਂ ਛੱਡ ਗਏ ਆ, ਵਿਸਾਰ ਗਏ ਆ, ਉਹਨੂੰ ਜੇ ਅਸੀਂ ਨਵੇਂ ਰਾਹ ਤੇ ਨਵੀਆਂ ਢੰਗਾਂ ਨਾਲ ਕਰੀਏ ਤੇ
ਕਾਫੀ ਵਧੀਆ ਢੰਗ ਨਾਲ ਅਸੀਂ ਦੇਖੋ ਫਾਇਦਾ ਉਠਾ ਸਕਣੇ ਆਪਣੇ ਇਲਾਕੇ ਦਾ ਵੀ ਤੇ ਆਪਣਾ ਵੀ। ਅੱਛਾ, ਹੁਣ ਇਹ ਦੱਸੋ ਕਿ ਤੁਸੀਂ ਫਰਮਾਇਆ ਕਿ ਪੀਐਚ ਵੈਲਿਊ ਔਰ ਨਾਲ ਗੰਨੇ ਦੀ ਕਾਸ਼ਤਕਾਰੀ ਸਾਰਾ ਕੁਛ ਨਾਲ ਦੇਖੋ ਇਹਦੇ ਨਾਲ ਹੈਗਾ, ਕੋਈ ਸਿੱਧਾ ਸਿੱਧਾ ਕੰਮ ਨਹੀਂ ਹੈਗਾ, ਤਕਨੀਕ ਦਾ ਕੰਮ ਹੈਗਾ। ਇਹ ਦੱਸੋ ਕਿ ਜਦੋਂ ਤੁਸੀਂ ਗੁੜ ਤੁਸੀਂ ਬਣਾਉਂਦੇ ਹੋ ਤੇ ਇਹਨੂੰ ਆਪਾਂ ਫਿਰ ਦੇਖੋ ਕਾਫੀ ਸਮਾਨ ਵੀ ਤੁਸੀਂ ਕਾਫੀ ਪਾਇਆ ਵਿੱਚ, ਕੀ ਪਾਇਆ ਤੇ ਕੀ ਇਹਦੇ ਬਾਰੇ ਵੀ ਤੁਹਾਨੂੰ ਉਹਨਾਂ ਦੱਸਿਆ ਕਿੱਦਾਂ ਪਾਉਣਾ ਔਰ ਕਿਸ ਢੰਗ ਨਾਲ ਨੂੰ ਵੇਚਣਾ ਹੈ, ਇਹਦੇ ਬਾਰੇ ਵੀ ਜਾਣਕਾਰੀ ਪੂਰੀ ਦਿੱਤੀ ਹੋਏਗੀ? ਹਾਂਜੀ, ਜਿੰਨੇ ਵੀ ਅਸੀਂ ਮਤਲਬ ਚੀਜ਼ਾਂ ਇਹਦੇ ਵਿੱਚ ਪਾਈਆਂ, ਜਿਸ ਤਰ੍ਹਾਂ ਅਸੀਂ ਜਿਹੜੀ ਹੈ ਵਿੱਚ ਇਹਦੇ ਸੁੰਡ ਪਾਈ ਹੈਗੀ ਆ, ਅਜਵਾਇਣ ਪਾਈ ਹੈ, ਮਿੱਠੀ ਸੌਂਫ ਪਾਈ ਹੈ, ਜਾਂ ਮੂੰਗਫਲੀ ਪਾਈ ਹੈ, ਜਾਂ ਹੋਰ ਅਸੀਂ ਮੇਵੇ ਪਾਉਂਦੇ ਆ। ਇਹਦੇ ਹਰ ਮਤਲਬ ਜਿਹੜਾ ਵੀ ਅਸੀਂ ਕੋਈ ਕੰਸਟੀਚੁਐਂਟ ਪਾਉਂਦੇ ਆ ਉਹਦਾ ਗੁੜ ਤੇ ਅਲੱਗ-ਅਲੱਗ ਅਸਰ ਆ। ਜਿਸ ਤਰ੍ਹਾਂ ਕਿ ਸੁੰਡ ਅਸੀਂ ਪਾਉਂਦੇ ਆ ਤੇ ਉਹ ਇਹਦੀ ਜਿਹੜੀ ਬ੍ਰਾਈਟਨੈਸ ਆ ਉਹਨੂੰ ਥੋੜਾ ਘੱਟ ਕਰ ਦਿੰਦੀ ਆ। ਉਹ ਅਸੀਂ ਉਸ ਵੇਲੇ ਪਾਉਂਦੇ ਆ ਜਿਸ ਵੇਲੇ ਇਹਦਾ ਸੀਰਾ ਮਰ ਜਾਂਦਾ, ਇਹਦਾ ਰੰਗ ਪੂਰਾ ਬਣ ਜਾਂਦਾ, ਉਸ ਵੇਲੇ ਪਾਉਂਦੇ ਆ। ਜੇ ਅਸੀਂ ਪਹਿਲਾਂ ਪਾ ਦਿਆਂਗੇ ਤਾਂ ਜਿਹੜਾ ਕਲਰ ਹੁਣ ਤੁਹਾਨੂੰ ਆ ਚਮਕ ਦਿਸ ਰਹੀ ਆ, ਜਾਂ ਜਿਸ ਵੇਲੇ ਮੈਂ ਇਹ ਸੱਚਾ ਜਿਹੜਾ ਕਿ ਆਪਾਂ ਨਖਲਊ ਤੋਂ ਲਿਆਂਦਾ ਸੀ ਇਹਦੇ ਵਿੱਚੋਂ ਮੈਂ ਬਾਹਰ ਕੱਢਾਂਗਾ ਤਾਂ ਤੁਹਾਨੂੰ ਇਹਦੀ ਪੂਰੀ ਚਮਕ ਦਿਸੇਗੀ। ਤਾਂ ਜੇ ਅਸੀਂ ਇਹਨੂੰ ਹੀ ਪਹਿਲਾਂ ਹੀ ਸ਼ੁਰੂ ਪਾ ਦਈਏ ਤੇ ਉਹਦੇ ਡਲਨੈਸ ਆ ਜਾਂਦੀ ਆ ਤੇ ਉਹ ਮਤਲਬ ਜਿਹੜਾ ਹੈ ਉਹਦਾ ਮਤਲਬ ਬ੍ਰਾਈਟਨੈਸ ਜਿਹੜੀ ਉਹ ਖਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਬਾਕੀ ਦਿਆਂ ਹੈ ਕਿ ਉਹਨਾਂ ਦੀ ਕਿੰਨੀ ਅਮਾਊਂਟ ਅਸੀਂ ਪਾਉਣੀ ਹੈ ਤੇ ਕਿਸ ਸਮੇਂ ਤੇ ਪਾਉਣੀ ਹੈ, ਇਹਦੇ ਤੇ ਜਿਹੜਾ ਪ੍ਰੋਡਕਟ ਡਿਪੈਂਡ ਕਰਦਾ ਹੈ। ਅੱਛਾ, ਹੁਣ ਇਹ ਦੱਸੋ ਕਿ ਜਦੋਂ ਆਪਾਂ ਸਿਖਲਾਈ ਤੁਸੀਂ ਦੇਖੋ ਪਹਿਲਾਂ ਵੀ ਗੁੜ ਬਣਾਉਂਦੇ ਹੋਵੋਗੇ, ਫਿਰ ਤੁਸੀਂ ਸਿਖਲਾਈ ਲਈ, ਫਿਰ ਤੁਸੀਂ ਗੁੜ ਬਣਾਉਣ ਦਾ ਤਰੀਕਾ ਸਿੱਖਿਆ ਔਰ ਇਹ ਵਧੀਆ ਢੰਗ ਨਾਲ ਤੁਸੀਂ ਦੱਸਿਆ, ਸੱਚਾ ਵੀ ਤੁਹਾਨੂੰ ਉੱਥੋਂ ਮਿਲਿਆ ਔਰ ਤੁਸੀਂ ਸਮਾਨ ਵੀ ਬਥੇਰਾ ਵਿੱਚ ਪਾਇਆ। ਨੁਕਤਿਆਂ ਦੀ ਗੱਲ ਕਰੀਏ ਤੇ ਕਿਹੜੇ ਉਹ ਨੁਕਤੇ ਹੈਗੇ ਨੇ ਜਿਹੜੇ ਸਮਝਦੇ ਹੋ ਕਿ ਜੇ ਆਪਾਂ ਇਹ ਕੰਮ ਆਰੰਭਣਾ ਹੈ, ਗੁੜ ਬਣਾਉਣ ਦਾ ਕੰਮ ਸਾਡੇ ਕਿਸਾਨ ਵੀਰਾਂ ਨੇ ਭੈਣਾਂ ਨੇ ਕਰਨਾ ਚਾਹੁੰਦੇ ਨੇ, ਤੇ ਕਿਹੜੇ ਖਾਸ ਨੁਕਤੇ ਤੁਸੀਂ ਸਮਝਦੇ ਹੋ ਕਿ ਸਿਖਲਾਈ ਦੌਰਾਨ ਤੁਸੀਂ ਸਿੱਖੇ ਨੇ ਜਿਹੜੇ ਤੁਸੀਂ ਇਸ ਮਾਧਿਅਮ ਰਾਹੀਂ ਸਾਨੂੰ ਦੱਸਣਾ ਚਾਹੋਗੇ? ਸਰ, ਸਭ ਤੋਂ ਪਹਿਲਾਂ ਤਾਂ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਕਿ ਜ਼ਮੀਨ ਦੀ ਨੇਚਰ ਜਿਹੜੀ ਹੈਗੀ ਆ ਉਹ ਗੁੜ ਦੇ ਅਨੁਕੂਲ, ਮਿੱਠੇ ਦੇ ਅਨੁਕੂਲ ਹੋਣੀ ਚਾਹੀਦੀ ਆ। ਕਿਉਂਕਿ ਜਿਹੜਾ ਗੁੜ ਆ ਜਾਂ ਸ਼ੱਕਰ ਹੈ ਉਹ ਗੰਨੇ ਦੇ ਵਿੱਚੇ ਪਿਆ ਆ। ਅਸੀਂ ਆ ਜਿਹੜਾ ਇਹਨੂੰ ਬਾਹਰ ਕੱਢਦੇ, ਐਕਸਟ੍ਰੈਕਟ ਕਰਦੇ ਆ, ਉਹਦਾ ਜੋ ਉਹਦੇ ਵਿੱਚ ਪਿਆ ਹੈਗਾ ਗੰਨੇ ਦੇ ਵਿੱਚ ਉਹਨੂੰ ਹੀ ਬਾਹਰ ਕੱਢਦੇ ਆ। ਪਹਿਲੀ ਤਾਂ ਮਤਲਬ ਇਹ ਹੈ ਕਿ ਜਿਹੜੀ ਗੰਨੇ ਦੀ ਜ਼ਮੀਨ ਹੈਗੀ ਆ ਉਹ ਬਿਹਤਰ ਚਾਹੀਦੀ ਆ। ਨੰਬਰ 2 ਤੇ ਡਿਪੈਂਡ ਕਰਦੀ ਹੈ ਉਹਦੀ ਕਿਸਮ। ਜਿਹੜੀ ਹਰ ਕਿਸਮ ਦਾ ਜਿਹੜਾ ਗੁੜ ਨਹੀਂ ਪੈਂਦਾ, ਕਿਉਂਕਿ ਜਿਹੜੀ ਹੈਗੀ ਆ ਮਿੱਲਾਂ ਦੇ ਵਿੱਚ ਜਿਹੜੇ ਇੰਨੇ ਸਟਰੋਂਗ ਜਿਹੜੇ ਕੈਮੀਕਲ ਜਿਹੜੇ ਆ ਉਹ ਪਾਏ ਜਾਂਦੇ ਹੈਗੇ ਆ, ਜਿਹਦੇ ਨਾਲ ਉਹ ਸਾਰੇ ਗੰਨੇ ਦਾ ਜਿਹੜਾ ਹੈਗਾ ਆ ਚੀਨੀ ਤਿਆਰ ਕਰ ਦਿੰਦੇ ਆ। ਪਰ ਗੁੜ ਜਿਹੜਾ ਹੈ ਇਹ ਹਰ ਗੰਨੇ ਦਾ ਤਿਆਰ ਨਹੀਂ ਹੋ ਸਕਦਾ। ਇਹ ਸਪੈਸ਼ਲ ਮਤਲਬ ਕਿਸਮਾਂ ਹੈਗੀਆਂ, ਜਿਸ ਤਰ੍ਹਾਂ ਕਿ ਸਾਡੇ ਕੋਲੇ 85 ਹੈਗਾ, ਆਪਣੇ 238 ਹੈ, 99003 ਹੈ, ਜਾਂ ਪਹਿਲਾਂ 64 ਸੀ। ਇਹਨਾਂ ਕਿਸਮਾਂ ਦੇ ਗੁੜ ਜਿਹੜੇ ਆ ਉਹ ਰੰਗ ਦੇ ਵਿੱਚ ਵੀ ਠੀਕ ਆ, ਉਹਨਾਂ ਦੇ ਵਿੱਚ ਮਿਠਾਸ ਵੀ ਠੀਕ ਹੈ, ਸੁਕਰੋਜ਼ ਠੀਕ ਹੈ। ਸੋ ਨੰਬਰ 2 ਜਿਹੜਾ ਹੈ ਕਿ ਉਹਦੀ ਜਿਹੜੀ ਹੈ ਕਿਸਮ ਠੀਕ ਚਾਹੀਦੀ ਆ। ਨੰਬਰ 3 ਤੇ ਹੈ ਕਿ ਜਿਹੜੀ ਵੀ ਅਸੀਂ ਕਿਸਮ ਬੀਜੀ ਆ, ਖਰੀ ਜ਼ਮੀਨ 'ਚ ਬੀਜੀ ਆ, ਅਸੀਂ ਉਹਨੂੰ ਕਿੰਨਾ ਕੁ ਫਰਟੀਲਾਈਜ਼ਰ ਦੇਣਾ ਤੇ ਕਿੰਨਾ ਕੁ ਜਿਹੜਾ ਹੈ ਉਹਨੂੰ ਪਾਣੀ ਦੇਣਾ। ਪਹਿਲੇ ਸਾਲ ਜਦੋਂ ਮੈਂ ਸ਼ੁਰੂ ਕੀਤਾ ਆਪਣੇ ਇਹ ਕੰਮ ਤੇ ਮੇਰੇ ਕੋਲ ਆਪਣਾ ਕਮਾਦ ਨਹੀਂ ਸੀ ਤੇ ਮੈਂ ਮਤਲਬ ਬਾਹਰ ਇਹਦੇ ਚੋਂ ਸਟਾਇਆ ਗੰਨਾ, ਤੇ ਗੰਨੇ ਦੇ ਹਾਲਾਤ ਇਹ ਸੀ ਕਿ ਖਾਓ ਗੁੜ ਤੇ ਬਾਅਦ ਵਿੱਚ ਕੜਤਣ ਦਾ ਉਹਦੇ ਵਿੱਚੋਂ ਜਿਹੜੀ ਸੰਘੇ ਨੂੰ ਆਉਂਦੀ ਸੀ। ਉਹਦਾ ਕਾਰਨ ਇਹ ਸੀ ਕਿ ਉਹਨਾਂ ਨੇ ਫਿਊਰਾਡਾਨ ਇੰਨੀ ਜ਼ਿਆਦਾ ਪਾਤੀ ਹੋਈ ਸੀ ਉਹਨੂੰ ਕਿ ਚੂਹਾ ਨੇੜੇ ਆਵੇ ਜਾਂ ਬਿਮਾਰੀ ਨਾ ਆਵੇ, ਕਿ ਉਹਦੀ ਮਤਲਬ ਜਿਹੜੀ ਹੈਗੀ ਆ ਨੈਚੁਰਲ ਟੇਸਟ ਹੀ ਉਹਦਾ ਖਤਮ ਕਰ ਦਿੱਤਾ ਹੈ ਸੀ। ਸੋ ਇਸ ਕਰਕੇ ਮਤਲਬ ਜਿਹੜੇ ਹੈਗੇ ਕੈਮੀਕਲ ਅਸੀਂ ਜਿਹੜੇ ਪਾਉਣੇ ਹੈਗੇ ਆ ਉਹ ਵੀ ਬਿਹਤਰ ਮਤਲਬ ਠੀਕ ਚਾਹੀਦੇ ਆ। ਜਿਹੜੇ ਫਰਟੀਲਾਈਜ਼ਰ ਹੈਗੇ ਆ ਉਹ ਵੀ ਜਿੰਨੇ ਜ਼ਰੂਰੀ ਹੈਗੇ ਆ ਉਨੇ ਪਾਉਣੇ ਚਾਹੀਦੇ ਆ। ਜ਼ਮੀਨ ਦੀ ਨੇਚਰ ਠੀਕ ਚਾਹੀਦੀ ਆ। ਤੇ ਅਸੀਂ ਜਿਹੜਾ ਮਤਲਬ ਇਹਦੀ ਕਲੈਰੀਫਿਕੇਸ਼ਨ ਵਾਸਤੇ ਜੋ ਵੀ ਇਹਨੂੰ ਪਿਉਰੀਫਿਕੇਸ਼ਨ ਵਾਸਤੇ ਜੋ ਵੀ ਕਰਨਾ ਹੈਗਾ ਉਹ ਵੀ ਸਾਡਾ ਮੇਰਾ ਪ੍ਰੋਸੈਸ ਸਹੀ ਹੋਊਗਾ ਤਾਂ ਸਾਡੇ ਰਿਜ਼ਲਟ ਠੀਕ ਆਉਣਗੇ। ਅੱਛਾ, ਹੁਣ ਇੱਕ ਗੱਲ ਹੋਰ ਮਨ 'ਚ ਆਉਂਦੀ ਹੈ ਕਿ ਦੇਖੋ ਅਲੱਗ-ਅਲੱਗ ਆਪਾਂ ਨੂੰ ਸਮਾਨ ਚਾਹੀਦੇ ਨੇ, ਚਾਹੇ ਕੜਾਹੀ ਦੀ ਗੱਲ ਹੈ, ਤੁਸੀਂ ਸੱਚਾ ਤਾਂ ਉੱਥੋਂ ਲੈਂਦਾ, ਫਿਰ ਵੇਲਣਾ ਹੈ ਤੇ ਨਾਲ ਹੱਟ ਵੀ ਤੁਸੀਂ ਬਣਾਈ ਹੈ। ਕਿ ਇਹ ਵੀ ਕੋਈ ਤਕਨੀਕੀ ਨੁਕਤੇ ਨੇ ਜਿਸ ਢੰਗ ਦੇ ਨਾਲ ਤੁਸੀਂ ਇਹਨੂੰ ਬਣਾਇਆ ਜਾਂ ਕਿਸ ਢੰਗ ਨਾਲ ਇਹ ਚੀਜ਼ਾਂ ਲੋੜੀਂਦੀਆਂ ਹੈਗੀਆਂ ਗੁੜ ਬਣਾਉਣ ਵਾਸਤੇ? ਹਾਂਜੀ, ਸਭ ਤੋਂ ਜ਼ਿਆਦਾ ਜਿਹੜਾ ਹੈਗਾ ਆ ਇਹਦੇ ਵਿੱਚ ਅਹਿਮ ਰੋਲ ਜਿਹੜਾ ਵੇਲਣੇ ਦਾ ਹੈਗਾ। ਗੰਨੇ ਦੇ ਵਿੱਚ ਜਿਹੜਾ ਹੈਗਾ ਆ 60% to 65% ਤੱਕ ਜਿਹੜਾ ਹੈਗਾ ਜੂਸ ਹੁੰਦਾ ਹੈਗਾ, ਤੇ ਜਿਹੜੇ ਮਾੜੇ ਵੇਲਣੇ ਹੈਗੇ ਆ ਉਹ ਮਤਲਬ 50% ਬੜੀ ਮੁਸ਼ਕਲ ਨਾਲ ਜਿਹੜਾ ਹੈਗਾ ਜੂਸ ਬਾਹਰ ਕੱਢਦੇ ਆ। ਸਭ ਤੋਂ ਪਹਿਲਾਂ ਸਾਡੀ ਜਿਹੜੀ ਸਿਲੈਕਸ਼ਨ ਵੇਲਣੇ ਦੀ ਸਹੀ ਹੋਣੀ ਚਾਹੀਦੀ ਆ, ਜਿਹੜਾ ਕਮ ਸੇ ਕਮ 55% ਤੋਂ 60% ਤੱਕ ਸਾਨੂੰ ਜੂਸ ਦੇ ਸਕਦਾ ਹੋਵੇ। ਤੇ ਸਭ ਤੋਂ ਵੱਡੀ ਮਤਲਬ ਜਿਹੜੀ ਸਿਲੈਕਸ਼ਨ ਇਹਦੇ ਵਿੱਚ ਸਾਡੇ ਕੋਲ ਇਹਦੀ ਹੈ। ਉਹ ਤੋਂ ਅੱਗੇ ਆ ਜਾਂਦਾ ਹੈ ਹੱਟ।
ਹੱਟ ਦਾ ਹੋਣਾ ਬਹੁਤ ਜ਼ਰੂਰੀ ਹੈ। ਜੇ ਅਸੀਂ ਜਿਹੜਾ ਹੈ ਓਪਨ ਜਿਹੜਾ ਹੈਗਾ ਆ ਉਹਨੂੰ ਕਰਾਂਗੇ ਤੇ ਸਾਡੇ ਮਤਲਬ ਬਹੁਤ ਇੰਪਿਓਰਟੀ ਜਿਹੜੀ ਹਵਾ ਦੇ ਨਾਲ ਜਾਂ ਹੋਰ ਮਤਲਬ ਜਿਹੜਾ ਹੈਗਾ ਆ ਕੇ ਪੱਤ ਵਿੱਚ ਡਿੱਗਣੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ, ਤੇ ਜਿਹਦੇ ਨਾਲ ਸਾਡਾ ਜਿਹੜਾ ਹੈਗਾ ਪ੍ਰੋਪਰ ਜਿਹੜੀ ਹੈ ਉਹ ਗੁੜ ਦੀ ਤਿਆਰੀ ਨਹੀਂ ਹੋ ਸਕਦੀ। ਇਹਦੇ ਵਾਸਤੇ ਆਮ ਤੌਰ ਤੇ ਜਿਹੜਾ ਹੈਗਾ ਸਾਡੇ ਆ ਕੱਖਾਂ ਦੀ ਜਿਹੜੀ ਹੈ ਹੱਟ ਇਹ ਜ਼ਿਆਦਾ ਬਿਹਤਰ ਰਹਿੰਦੀ ਆ, ਕਿਉਂਕਿ ਸਿਆਲਾਂ ਨੂੰ ਜਿਹੜੀਆਂ ਟੀਨਾਂ ਹੈਗੀਆਂ ਉਹ ਆਪਣੇ ਆਪ ਹੀ ਜਿਹੜੀ ਤਰੇਲ ਦੇ ਨਾਲ ਜਿਹੜੀਆਂ ਚੋਣੀਆਂ ਸ਼ੁਰੂ ਹੋ ਜਾਂਦੀਆਂ ਤੇ ਉਹ ਫਿਰ ਮਤਲਬ ਜਿਹੜਾ ਹੈਗਾ ਆ ਇਹਦੇ ਕੰਮ ਦੇ ਵਿੱਚ ਸਮੱਸਿਆ ਖੜੀ ਕਰਦੇ ਆ। ਸੋ ਮੈਂ ਤਾਂ ਇਹ ਸਮਝਦਾ ਵੀ ਇਹ ਦੋ ਹੀ ਚੀਜ਼ਾਂ ਹੈਗੀਆਂ। ਨੰਬਰ 1 ਤੇ ਤਾਂ ਸਾਡੇ ਕਮ ਸੇ ਕਮ ਜਿਹੜਾ ਬੇਲਣਾ ਹੈਗਾ ਆ ਉਹ ਲਗਭਗ ਸਾਨੂੰ 55 ਤੋਂ 60% ਤੱਕ ਸਾਨੂੰ ਜੂਸ ਦਿੰਦਾ ਹੋਵੇ, ਤੇ ਦੂਸਰਾ ਜਿਹੜੀ ਹੱਟ ਸਾਡੇ ਹੈਗੀ ਆ ਉਹ ਕੱਖਾਂ ਦੀ ਹੋਣੀ ਚਾਹੀਦੀ ਆ, ਜਿਹੜੀ ਸਾਨੂੰ ਮਤਲਬ ਇੱਕ ਤਾਂ ਹਨੇਰੀ ਵਗੈਰਾ ਤੋਂ ਬਚਾਉਂਦੀ ਆ, ਦੂਸਰਾ ਕਿਸ ਤਰ੍ਹਾਂ ਦੇ ਵੀ ਜਿਹੜਾ ਹੈ ਕੋਈ ਮੌਸਮ ਦੇ ਹਿਸਾਬ ਦੇ ਨਾਲ ਉਹ ਕੋਈ ਸਮੱਸਿਆ ਨਹੀਂ ਸਾਨੂੰ ਦਿੰਦੀ। ਬਿਲਕੁਲ ਬਿਲਕੁਲ ਜੀ, ਗੱਲ ਇਹ ਆ ਕਿ ਸੋ ਸਾਰੀਆਂ ਗੱਲਾਂ ਦਾ ਸੁਮੇਲ ਜਦੋਂ ਦੇਖੋ ਹੋਏਗਾ ਤੇ ਫਿਰ ਚੰਗਾ ਗੁੜ ਤਿਆਰ ਹੁੰਦਾ ਹੈ, ਤੇ ਫਿਰ ਹੀ ਦਿਲ ਕਰਦਾ ਹੈ। ਦੇਖੋ ਵਿਕਰੀ ਵੀ ਚੰਗੀ ਹੁੰਦੀ ਏ ਤੇ ਨਾਮ ਵੀ ਬੰਦੇ ਦਾ ਹੁੰਦਾ ਕਿ ਲੋ ਜੀ ਇਸ ਇਲਾਕੇ 'ਚ ਵਧੀਆ ਗੁੜ ਮਿਲਦਾ। ਅੱਛਾ, ਹੁਣ ਇਹ ਦੱਸੋ ਕਿ ਤੁਸੀਂ ਇੱਕ ਜ਼ਿਕਰ ਕੀਤਾ ਸੀ ਜੈਵਿਕਤਾ ਦਾ, ਵੀ ਜੇਕਰ ਅਸੀਂ ਕੈਮੀਕਲ ਤੋਂ ਰਹਿਤ ਕਮਾਦ ਦੀ ਕਾਸ਼ਤਕਾਰੀ ਕਰਨੀ ਆ, ਉਹਦਾ ਵੀ ਗੁੜ ਦੀ ਕੁਆਲਿਟੀ ਨਾਲ ਸਿੱਧਾ ਸੰਬੰਧ ਹੈਗਾ। ਬਿਲਕੁਲ। ਤੇ ਅੱਜ ਕੱਲ੍ਹ ਦੇਖੋ ਕਾਫੀ ਦੌਰ ਹੈ ਔਰ ਮਹਿਕਮਾ ਜ਼ਰਾਅਤ ਔਰ ਯੂਨੀਵਰਸਿਟੀ ਬੜਾ ਜ਼ੋਰ ਲਾ ਰਹੀ ਹੈ ਕਿ ਆਪਾਂ ਘੱਟ ਤੋਂ ਘੱਟ ਜ਼ਹਿਰਾਂ ਦਾ ਇਸਤੇਮਾਲ ਕਰੀਏ। ਸੋ ਇਹ ਢੰਗ ਦੇ ਜ਼ਰੀਏ ਕਿੰਨਾ ਕੁ ਫਾਇਦਾ ਗੁੜ ਦੀ ਇੰਡਸਟਰੀ ਨੂੰ, ਗੁੜ ਦੇ ਕਾਸ਼ਤਕਾਰ ਜਿਹੜੇ ਵੀਰ ਗੁੜ ਬਣਾਉਣ ਚਾਹਣ ਜੇਕਰ ਕਮਾਦ ਦੇ ਕਾਸ਼ਤਕਾਰ ਹੋ ਸਕਦਾ? ਜੇ ਅਸੀਂ ਮਤਲਬ ਜਿਹੜੀ ਦੇਸੀ ਖਾਦ ਵਰਤਦੇ ਆ ਤੇ ਉਨੇ ਹੀ ਮਤਲਬ ਜਿਹੜੇ ਹੈਗੇ ਆ ਸਪਰੇਅ ਵਰਤਦੇ ਆ ਜਾਂ ਉਨਾ ਹੀ ਕੋਈ ਕੈਮੀਕਲ ਵਰਤਦੇ ਆ ਜਿੰਨਾ ਕਿ ਜ਼ਰੂਰਤਮੰਦ ਹੈ, ਤੇ ਸਾਡਾ ਗੁੜ ਦਾ ਟੇਸਟ ਜਿਹੜਾ ਹੈਗਾ ਉਹਦੇ ਵਿੱਚ ਹੀ ਬਹੁਤ ਫਰਕ ਪੈ ਜਾਂਦਾ। ਤੇ ਇਹਦੀ ਜਿਹੜੀ ਹੈ ਜਿੰਦੀ ਜਾਗਦੀ ਐਗਜ਼ਾਮਪਲ ਸਾਡਾ ਆਪਣਾ ਜੋ ਅਸੀਂ ਇੱਕ ਛੋਟਾ ਜਿਹੀ ਇੱਕ ਇੰਡਸਟਰੀ ਸ਼ੁਰੂ ਕੀਤੀ ਹੋਈ ਹੈਗੀ ਆ, ਇਹ ਹੈ ਕਿ ਜਿੱਥੇ ਜਿੱਥੇ ਵੀ ਸਾਡਾ ਗੁੜ ਜਿਹੜਾ ਗਿਆ ਹੈਗਾ ਉਹ ਮਤਲਬ ਚਾਹੇ ਉਹ ਚੰਡੀਗੜ੍ਹ ਅਸੀਂ ਭੇਜਿਆ, ਚਾਹੇ ਅਸੀਂ ਬੰਬੇ ਗਿਆ, ਚਾਹੇ ਕੈਨੇਡਾ ਗਿਆ ਤੇ ਚਾਹੇ ਇੰਗਲੈਂਡ ਗਿਆ, ਦੁਬਾਰਾ ਫਿਰ ਉੱਥੋਂ ਸਾਨੂੰ ਸੁਨੇਹੇ ਆਉਂਦੇ ਆ ਕਿ ਬਈ ਉਹੋ ਚੀਜ਼ ਜਿਹੜੀ ਸਾਨੂੰ ਮਿਲਣੀ ਚਾਹੀਦੀ ਆ। ਫਰਕ ਇਹਦੇ ਵਿੱਚ ਇਹੋ ਹੀ ਹੈ ਕਿ ਜਿਹੜੇ ਆਮ ਜਿਹੜੇ ਸੜਕਾਂ ਦੇ ਕੰਢੇ ਜਿਹੜੇ ਵੇਲਣੇ ਲੱਗੇ ਪਏ ਆ ਉਹ ਮਤਲਬ ਜਿਸ ਤਰ੍ਹਾਂ HCl, ਫਿਰ ਯੂਰੀਆ, ਫਿਰ ਇਸੇ ਤਰ੍ਹਾਂ ਦੀਆਂ ਜਿਹੜੀਆਂ ਹੈਗੇ ਕੈਮੀਕਲ ਆਪਣੇ ਸਪਲਾਈ ਦੇ ਵਿੱਚ ਰਾਤ ਨੂੰ ਘੋਲ ਕੇ ਰੱਖ ਲੈਂਦੇ ਤੇ ਸਵੇਰ ਨੂੰ ਜਿਸ ਵੇਲੇ ਤਿਆਰ ਕਰਦੇ ਉਹਦਾ ਬਾਟਾ ਭਰ ਕੇ ਉਹਦੇ ਵਿੱਚ ਪਾਉਂਦੇ ਆ। ਉਹਦਾ ਕੰਮ ਅਸਰ ਕੀ ਹੁੰਦਾ ਹੈਗਾ ਕਿ ਉਹਦਾ ਜਿਹੜਾ ਹੈਗਾ ਕਾਣ ਉਹਦਾ ਸੁਕਰੋਜ਼ ਬਿਲਕੁਲ ਖਤਮ ਹੋ ਜਾਂਦਾ ਤੇ ਉਹਦਾ ਵਜਨ ਵੱਧ ਜਾਂਦਾ, ਕਿਉਂਕਿ ਉਹਨਾਂ ਨੇ ਗੰਨਾ ਪਹਿਲਾਂ ਸੁਕਾਇਆ ਹੁੰਦਾ, ਪਹਿਲਾਂ ਸੀਰਾ ਉਹ ਬਣਾਉਂਦੇ ਆ, ਸੀਰੇ ਨੂੰ ਜਮਾਉਂਦੇ ਆ ਉਹ। ਸੋ ਮਤਲਬ ਜੇ ਅਸੀਂ ਕੈਮੀਕਲ ਸਹੀ ਤਰੀਕੇ ਦੇ ਨਾਲ ਵਰਤੀਏ, ਆਪਾਂ ਜਿਹੜਾ ਦੇਸੀ ਖਾਦ ਵਰਤਦੇ ਆ, ਯੂਰੀਆ ਦੀ ਘੱਟ ਤੋਂ ਘੱਟ ਵਰਤੋਂ ਕਰਦੇ ਆ, ਕਿਉਂਕਿ ਯੂਰੀਆ ਦੀ ਵਰਤੋਂ ਜੇ ਅਸੀਂ ਵੱਧ ਕਰਦੇ ਆ ਤਾਂ ਉਹਦੇ ਨਾਲ ਗੁੜ ਦੇ ਵਿੱਚ ਜਿਹੜਾ ਸੀਰੇ ਦੀ ਮਾਤਰਾ ਬਹੁਤ ਵੱਧ ਜਾਂਦੀ ਆ ਤੇ ਉਹਦਾ ਟੇਸਟ ਨਹੀਂ ਬਣਦਾ। ਦੋਸਤੋ, ਦੇਖਿਆ ਆਪਾਂ ਗੁੜ ਕਿਵੇਂ ਬਣ ਸਕਦਾ ਹੈ ਜਦੋਂ ਸਿਖਲਾਈ ਨਾਲ ਜੁੜਦੀ ਏ, ਤੇ ਗੁੜ ਦੀ ਰੰਗਤ ਹੀ ਵੱਖਰੀ ਏ। ਗੁੜ ਦੀਆਂ ਪੇਸੀਆਂ ਨੇ, ਚਾਹੇ ਇਹਨੂੰ ਡੱਬੇ 'ਚ ਪਾ ਕੇ ਵੇਚੋ ਤੇ ਚਾਹੇ ਇਹਨੂੰ ਕਿਸ ਤਰ੍ਹਾਂ ਮਰਜ਼ੀ ਵਰਤੋ। ਸੋ ਇਹ ਨਵੇਕਲੇ ਢੰਗ ਨੇ, ਗੁੜ ਬਣਾਉਣਾ ਹੀ ਛੱਡ ਗਏ ਆ, ਲੋੜ ਏ ਫਿਰ ਦੁਬਾਰਾ ਜੁੜੀਏ ਤੇ ਅਜਿਹੇ ਸਾਧਨ, ਅਜਿਹੀਆਂ ਸੰਭਾਵਨਾਵਾਂ ਨੂੰ ਲੱਭੀਏ ਜਿਹੜੀਆਂ ਸਾਡੇ ਪਿੰਡਾਂ 'ਚ ਮੌਜੂਦ ਨੇ। ਅਸੀਂ ਧੰਨਵਾਦੀ ਹਾਂ ਗੁੜ ਬਣਾਉਣ ਵਾਲਿਆਂ ਦਾ, ਸਿਖਲਾਈ ਲੈਣ ਵਾਲਿਆਂ ਦਾ ਤੇ ਫੈਪਰੋ ਦਾ ਤੇ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਦਾ, ਕਿ ਜਿਨ੍ਹਾਂ ਨੇ ਅਜਿਹੇ ਉਪਰਾਲੇ ਦੇ ਜ਼ਰੀਏ ਇਹ ਸੰਸਥਾ ਹੋਂਦ 'ਚ ਲਿਆਂਦੀ ਤੇ ਅੱਜ ਇਹ ਸੰਸਥਾ ਆਪਣੀ ਮਿਠਾਸ ਖਲੇਰ ਰਹੀ ਹੈ। ਇਹ ਸੀ ਗੁੜ ਦੀ ਵਿਗਿਆਨਕ ਤਰੀਕੇ ਨਾਲ ਤਿਆਰੀ। ਇਸ ਸਿਸਟਮ ਤੋਂ ਪ੍ਰੇਰਿਤ ਹੋ ਕੇ ਇਸ ਵੇਲੇ ਜਿਹੜੀ ਜ਼ਿਲ੍ਹਾ ਹੁਸ਼ਿਆਰਪੁਰ ਦੀ ਪੋਜੀਸ਼ਨ ਹੈ ਗੁੜ ਬਣਾਉਣ ਦੀ, ਜਿਹੜੇ ਰੋਜ਼ ਦਾ ਕੁਆਂਟਲ ਤੋਂ 1.5 ਕੁਆਂਟਲ ਬਣਾਉਂਦੇ ਨੇ, ਇਹ ਤਾਂ ਮਹਿਲ 100 ਯੂਨਿਟ ਹੈ ਹੀ। ਜਿਹੜੇ ਐਵਰੇਜ ਡੇਲੀ 5 ਤੋਂ ਲਾ ਕੇ 7 ਕੁਆਂਟਲ ਤੱਕ ਰੋਜ਼ ਬਣਾਉਂਦੇ ਨੇ, ਇਹ ਯੂਨਿਟ 15-20 ਹੈਗੇ। ਅਗਾਂਹ ਪਿਛਲੇ ਸਾਲ 1 ਯੂਨਿਟ ਲਗਾ, ਜਿਹਦੀ ਕਪੈਸਿਟੀ ਕਿੰਨੀ ਆ 200 ਕੁਇੰਟਲ ਪ੍ਰਤੀ ਦਿਨ। ਇੱਕ ਐਸਾ ਪ੍ਰੋਡਕਟ ਆ ਜਿਹੜਾ ਸਿੱਧੇ ਤੌਰ ਦੇ ਉੱਤੇ ਕਿਸਾਨ ਨੂੰ ਦੀ ਇਨਕਮ ਨੂੰ ਬੂਸਟ ਕਰਦਾ।
ਅਜੇ ਤਾਂ ਖੁਸ਼ੀ ਵਾਲੀ ਗੱਲ ਹੈ ਵੀ ਜਿੰਨੇ ਵੀ ਚੱਲ ਰਹੇ ਨੇ ਜਿਹੜੇ ਛੋਟੇ ਹੈਗੇ ਆ, ਮੈਂ ਸਮਝਦਾ ਜ਼ਿਆਦਾ ਸਕਸੈਸਫੁਲ ਨੇ। ਉਹ ਆਪਣਾ ਗੰਨਾ ਪੈਦਾ ਕਰਦੇ ਨੇ, ਗੰਨੇ ਦੀ ਕੁਆਲਿਟੀ ਪੈਦਾ ਕਰਦੇ ਆ, ਆਪਣੇ ਆਪ ਬਣਾਉਂਦੇ ਨੇ, ਤੇ ਲਗਭਗ ਅਜੇ ਤੱਕ ਉਹਨਾਂ ਨੂੰ ਬਾਜ਼ਾਰ ਵਿੱਚ ਆਉਣ ਦੀ ਲੋੜ ਨਹੀਂ ਪੈਂਦੀ ਗੁੜ ਲੈ ਕੇ ਆਉਣ ਦੀ। ਉਹਨਾਂ ਦੇ ਵੇਲਿਆਂ ਤੇ ਘਰੋਂ ਘਰੀ ਵਿਕ ਜਾਂਦਾ। ਇਹਨੂੰ ਕਹਿੰਦੇ ਆ ਜੀ, ਇਹਦਾ ਨਾਮ ਵੀ ਆਰਗੈਨਿਕ ਮਾਰਕੀਟਿੰਗ ਆ, ਖੇਤੀ ਧਰਤੀ ਵਿੱਚੋਂ ਪੈਦਾ ਹੋਈ ਮੰਡੀ। ਇਹ ਸੰਦਰਭ ਹੈ ਮਿਸ਼ਨ ਵੱਲੋਂ। ਇੱਦਾਂ ਦੇ ਛੋਟੇ ਯੂਨਿਟ, ਇੱਕ ਠੰਡੀ ਆਟਾ ਚੱਕੀ ਦਾ ਯੂਨਿਟ ਹੈ, ਦਾਲਾਂ ਦਾ ਯੂਨਿਟ ਹੈ, ਇਹ ਗੰਨੇ ਦਾ ਹੋ ਗਿਆ, ਵੈਜੀਟੇਬਲ ਜੂਸਿਸ ਦਾ ਯੂਨਿਟ ਹੈ। ਇਹ ਸਾਰੇ ਯੂਨਿਟ ਕਰਕੇ ਇਹ ਜਿਹੜਾ ਇਹ ਸਾਰੇ ਯੂਨਿਟਾਂ ਦੇ ਆਧਾਰ ਤੋਂ ਤੁਹਾਨੂੰ ਪ੍ਰੋਜੈਕਟ ਦਿਖਾ ਲਿਆ। ਇਹ ਸਟੇਟ ਵੱਲੋਂ ਪਾਸ ਹੋ ਚੁੱਕਾ ਆ, ਇਹ ਕੇਂਦਰ ਸਰਕਾਰ ਵੱਲੋਂ ਪਾਸ। ਉਹਦੇ ਬਕਾਇਦਾ ਤੌਰ ਤੇ ਆਰਡਰ ਨੇ ਵੀ ਜ਼ਿਲ੍ਹੇ ਦੇ ਹਰੇਕ ਸਟੇਟ ਦੇ ਹਰੇਕ ਬਲਾਕ ਵਿੱਚ ਇੱਕ ਸੈਪਰੇਟ ਯੂਨਿਟ ਲਾਇਆ ਜਾਵੇ। ਲੋੜ ਹੋਵੇ ਤੇ ਵਧਾਇਆ, ਉਹ ਵੀ ਸਮੇਂ ਨਾਲ ਜਿਸ ਤਰ੍ਹਾਂ ਜ਼ਰੂਰਤ ਆਈ ਜਾਏਗੀ ਉਹ ਆਪਾਂ ਰਲ ਮਿਲ ਕੇ ਸਰਕਾਰ ਨੂੰ ਬੇਨਤੀ ਕਰ ਸਕਦੇ ਹਾਂ। ਦੋ ਗੱਲਾਂ ਮੈਂ ਤੁਹਾਡਾ ਹੋਰ ਸ਼ੇਅਰ ਕੀਤੀਆਂ। ਇੱਕ ਕੀਤੀਆਂ ਵੀ ਜਾਣਾ ਕਿੱਥੇ ਆ। ਗੌਰਮੈਂਟ ਆਫ ਪੰਜਾਬ ਵੱਲੋਂ ਨੋਡਲ ਏਜੰਸੀ ਬਣਾਇਆ ਮੰਡੀ ਬੋਰਡ, ਔਨ ਸੰਪਰਕ ਨਾ ਹੈ ਤੇ ਤੁਸੀਂ ਵੇਚਣਾ ਕਿੱਥੇ ਆ। ਬੜਾ ਵੱਡਾ ਆਰਡਰ ਹੈ ਮੁੱਖ ਮੰਤਰੀ ਪੰਜਾਬ ਦਾ, ਜਿੱਥੇ ਵੀ ਸਰਕਾਰੀ ਜ਼ਮੀਨ ਹੈ ਜਾਂ ਸਰਕਾਰੀ ਆਫਿਸ ਨੇ ਸਵਾਈ ਸਕੂਲਾਂ ਤੋਂ, ਉੱਥੇ ਤੁਸੀਂ ਇੰਨੀ ਸਾਈਜ਼ ਦੀ ਆਪਣੀ ਜਿਹੜੀ ਆ ਆਤਮਕ ਸਾਨਤ ਖੋਲ ਸਕਦੇ। ਸੋ ਇਹ ਕਲੈਕਟਿਵ ਰਲ ਮਿਲ ਕੇ ਯਤਨ ਇੱਧਰਲੇ ਪਾਸੇ ਨੂੰ ਜਾਰੀ ਨੇ। ਅੱਜ ਦਾ ਸਾਡਾ ਮੁੱਖ ਜਿਹੜਾ ਸੀ ਤੁਹਾਡੇ ਨਾਲ ਇਹ ਸਾਂਝ ਪਾਉਣ ਦੀ ਗੱਲ, ਤੇ ਪ੍ਰੋਸੈਸਿੰਗ ਨੂੰ ਜਿਹੜਾ ਲੈ ਕੇ ਜਾਣਾ, ਇਹ ਗੱਲ ਔਖੀ ਨਹੀਂ। ਸਵਾਲ ਕੀ ਆ ਇਕੱਠੇ ਨੂੰ। ਫਿਰ ਇਸ ਵੇਲੇ ਭੰਬਲ ਭੂਸੇ ਵਿੱਚੋਂ ਨਿਕਲਣ ਦੀ ਜ਼ਰੂਰਤ ਆ। ਉੱਦਾਂ ਹੀ ਹੁਣ ਠੀਕ ਆ, ਸਾਡੇ ਤੇ ਅਟੈਕ ਹੋਇਆ ਆ, ਸਾਨੂੰ ਖੇਤੀ ਨਹੀਂ ਲੱਗਦਾ ਕਰੇ, ਤੇ ਰੋਣੇ ਲੱਗ ਪੈਣਾ, ਘਰੇ ਹੀ ਬਹਿ ਜਾਣਾ, ਜਾਂ ਆਸੇ ਪਾਸੇ ਜਿਹੜਾ ਹੋਰ ਗੱਲਾਂ ਕਰੀ ਜਾਣੀਆਂ। ਵੈਬਨਾਰ ਜੁੜੇ ਹੋਏ ਆ, ਘੱਟੋ ਘੱਟ 10 ਕਿਸਾਨ ਲੀਡਰਾਂ ਨਾਲ ਇੱਥੇ ਜੁੜੇ ਹੋਇਆ। ਹੁਣ ਤਾਂ ਮੈਨੂੰ ਅਫਸੋਸ ਨਾਲ ਗੱਲ ਕਰਨੀ ਪੈਂਦੀ ਆ, ਉਹਨਾਂ ਨੇ ਕਿਸੇ ਚੇਸ਼ਟਾ ਨਹੀਂ ਕੀਤੀ ਜਿਹੜੀ ਹੈਗੀ ਆ ਇਹਨੂੰ ਸੁਣ ਕੇ ਲਾਗੂ ਕਰਨ ਵਾਸਤੇ। ਇਹਦਾ ਮਤਲਬ ਘੱਟੋ ਘੱਟ ਮੈਂ ਤਾਂ ਗੱਲ ਕਹਿ ਦੇਣਾ, ਸਾਨੂੰ ਸ਼ੱਕ ਵਾਂਗ ਲੀਡਰੀਆਂ ਕਰਦੇ ਕੁਛ ਹੋਰ ਕਰ। ਕਮਾਲ ਹੋ ਗਿਆ ਯਾਰ। ਅੱਜ ਅਸੀਂ ਨਾਰਾ ਦੇਣਾ ਦੇਖ ਕੇ ਜਿਹੜਾ ਹੈ ਇਹਨੂੰ ਮੈਂ ਲਿਖਾਇਆ ਸੀ, ਕੀ ਉਹਦਾ ਨਾਮ ਮੁੰਡੇ ਦਾ, ਕੁਲਦੀਪ ਸਿੰਘ ਨੂੰ ਨਾਰਾ ਕੀ ਅੱਜ ਪੱਕੇ ਤੌਰ ਤੇ ਸੰਪੂਰਨ ਖੇਤੀ ਮਿਸ਼ਨ ਲਾਗੂ ਕਰਨਾ ਹੈ, ਆਪਣਾ ਤੇ ਪੰਜਾਬ ਦਾ ਖਜ਼ਾਨਾ ਭਰਨਾ ਹੈ। ਗੱਲ ਛੋਟੀ ਆ, ਇਹ ਅਸੀਂ ਇਹ ਗੱਲ ਕਰ ਰਹੇ ਹਾਂ ਇੱਕ ਦੇ ਹੱਥ ਰੱਖ ਕੇ, ਮਿਸ਼ਨ ਦੀ ਸਮਰੱਥਾ ਤੇ ਆਧਾਰਿਤ ਕਰ ਰਹੇ ਹਾਂ ਐਨ ਬਕਾਇਦਾ ਤੌਰ ਤੇ। ਇੰਨੀ ਸਮਰੱਥਾ ਵੀ ਹੈ, ਇਹ ਲਾਗੂ ਕਰਨਾ ਸਾਡੇ ਜਜ਼ਬਾ ਵੀ ਹੈ। ਮੇਰੇ ਵੀਰੋ, ਗੱਲ ਕੋੜੀ ਆ, ਕਰਦੀ ਮੈਂ ਸੱਚੀ ਆ। ਉਹ ਗੱਲ ਆ ਵੀ ਘੁੰਗਰੂ ਵਾਂਗੂ ਵੱਜਦੇ ਨਾ ਫਿਰੋ। ਮੈਂ ਫਿਰ ਲਾਸਟ ਵਿੱਚ ਗੱਲ ਰਿਪੀਟ ਕਰਨੀ ਆ, ਜਾਂ ਆਪਣੇ ਰਹਿਬਰ ਤੇ ਯਕੀਨ ਰੱਖੋ ਜਾਂ ਆਪਣੇ ਮਨ ਤੇ ਯਕੀਨ ਰੱਖੋ, ਜਿਹੜਾ ਤੁਹਾਨੂੰ ਆਪਾਂ ਟਿਕਣ ਨਹੀਂ ਦੇ। ਸੋ ਇਹਨਾਂ ਲਫ਼ਜ਼ਾਂ ਦੇ ਨਾਲ ਹੀ ਮੈਂ ਸਮਝਦਾ ਵੀ ਆਪਣੇ ਵੱਲੋਂ ਮਿਸ਼ਨ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਤੇ ਜੇ ਅਸੀਂ ਪ੍ਰੋਸੈਸ ਦੇ ਕੰਮ ਦੇ ਹੱਲ ਨਾ ਪਈਏ ਤੇ 4 ਦਿਨ ਉਹ ਚੱਲਦਾ ਰਹਿਣਾ ਸੀ। ਇਹ ਬਣਦਾ ਨਹੀਂ। ਅੱਜ ਦੇ ਮਿਸ਼ਨ, ਅੱਜ ਦੇ ਬਾਰੇ ਇਹੀ ਗੱਲ ਹੈਗੀ ਆ, ਇਹ ਪ੍ਰੋਸੈਸਿੰਗ ਦਾ ਟਾਈਮ ਵੀ ਇੱਧਰਲੇ ਪਾਸੇ ਨੂੰ ਖੁੱਲ ਰਿਹਾ ਜਾਂ ਖੁੱਲਿਆ ਹੋਇਆ, ਜਿਹੜਾ ਇੰਪਲਾਇਮੈਂਟ ਵੀ ਦੇਏਗਾ, ਜਿਹੜਾ ਖੇਤੀ ਉਪਜ ਨੂੰ ਆਪਣੇ ਪੱਧਰ ਤੇ ਸੰਭਾਲੇਗਾ ਵੀ, ਤੇ ਜਿਹੜਾ ਇਨਕਮ ਵਿੱਚ ਵੀ ਵਾਧਾ ਕਰੇਗਾ ਤੇ ਸੈਲਫ ਇੰਪਲਾਇਮੈਂਟ ਕ੍ਰੀਏਟ ਕਰੇਗਾ। ਸੋ ਤੁਹਾਡਾ ਬੜਾ ਧੰਨਵਾਦ। ਜਿਹੜੇ ਮੇਰੇ ਵੀਰਾਂ ਦੇ ਕੋਈ ਸਵਾਲ ਹੈ ਉਹ ਜ਼ਰੂਰ ਸਾਂਝੇ ਕਰ ਲੈਣ। ਕੁਲਦੀਪ ਸਿੰਘ ਜੀ।